ਜੇਕਰ ਹਾਈ ਕਮਾਂਡ ਇੰਦਰ ਸੇਖੜੀ ਨੂੰ ਬਟਾਲਿਓਂ ਟਿਕਟ ਨਹੀਂ ਨਾ ਦਿੰਦੀ, ਇਹ ਬਦਕਿਸਮਤੀ ਹਾਈ ਕਮਾਂਡ ਦੀ ਹੋਏਗੀ, ਨਾ ਕਿ ਇੰਦਰ ਸੇਖੜੀ ਦੀ। ਯਾਰ ਔਰ ਜੇ ਤੁਸੀਂ ਗੱਲ ਕਰਦੇ ਹੋ ਬਟਾਲੇ ਹਲਕੇ ਦੀ, ਮੈਂ ਕਹਿੰਦਾ ਅਕਾਲੀ ਦਲ ਦਾ ਇੰਦਰ ਸੇਖੜੀ ਤੋਂ ਵਧੀਆ ਕੋਈ ਚਿਹਰਾ ਨਹੀਂ ਹੈਗਾ। ਹਾਂ, ਤੁਸੀਂ ਦੇਖ ਰਹੇ ਹੋ ਜੀ ਚੈਨਲ ਇੰਡੀਆ ਕ੍ਰਾਈਮ ਨਿਊਜ਼, ਔਰ ਮੈਂ ਹਾਂ ਪੱਤਰਕਾਰ ਕੁਲਦੀਪ ਸਿੰਘ ਹੈਪੀ, ਔਰ ਮੇਰੇ ਨਾਲ ਸਾਡੇ MG ਚੈਨਲ ਇੰਡੀਆ ਕ੍ਰਾਈਮ ਨਿਊਜ਼ ਦੇ ਸਰਦਾਰ ਸੁਖਨਾਮ ਸਿੰਘ ਜੀ ਕਾਲੋਂ। ਸੋ ਅੱਜ ਜਿੱਥੇ ਅਸੀਂ ਪਹੁੰਚੇ ਹਾਂ, ਸੋ ਬਟਾਲਾ ਸ਼ਹਿਰ ਦੇ ਵਿੱਚ ਤੁਸੀਂ ਜੇ ਨਾਂ ਸੁਣਦੇ ਹੋ ਅਕਾਲੀ ਦਲ ਦਾ, ਸਭ ਤੋਂ ਪਹਿਲਾਂ ਸਾਡੇ ਸੇਖੜੀ ਸਾਹਿਬ ਦਾ ਨਾਮ ਆਉਂਦਾ ਹੈ। ਸਾਡੇ ਇੰਦਰ ਸੇਖੜੀ ਜੀ ਜਿਨ੍ਹਾਂ ਦੇ ਅੱਜ ਆਫਿਸ ਵਿੱਚ ਅਸੀਂ ਪਹੁੰਚੇ ਹਾਂ। ਸੋ ਅਸੀਂ ਇੱਕ ਸੁਨੇਹਾ ਸੀਗਾ ਕਿ ਦਿਵਾਲੀ ਦੀਆਂ ਮੁਬਾਰਕਾਂ ਨੂੰ ਉਹਨਾਂ ਦੇ ਆਫਿਸ ਵਿੱਚ ਜਾ ਕੇ ਦੇ ਕੇ ਆਈਏ ਔਰ ਨਾਲ ਕੁਝ ਵਿਚਾਰ ਸਾਂਝੇ ਕਰਕੇ ਆਈਏ। ਸਭ ਤੋਂ ਪਹਿਲੇ ਤਾਂ ਤੁਹਾਨੂੰ ਦਿਵਾਲੀ ਦੀਆਂ ਮੁਬਾਰਕਾਂ ਦਿੰਦੇ ਹਾਂ ਜੀ। ਥੈਂਕ ਯੂ ਛੋਟੇ ਵੀਰ ਜੀ। ਔਰ ਤੁਹਾਡੇ ਚੈਨਲ ਦੇ ਥਰੂ ਮੈਂ ਆਪਣੇ ਸਾਰੇ ਇਲਾਕਾ ਵਾਸੀਆਂ ਨੂੰ ਅੱਜ ਧਨਤੇਰਸ ਉਹਦੀ ਮੁਬਾਰਕ ਦਿੰਦਾ। ਆਉਣ ਵਾਲੇ ਦਿਨ 'ਚ ਦੀਵਾਲੀ ਦੀ ਔਰ ਬੰਦੀ ਦੂਜ ਦੀ ਜਿਹੜੀ ਹੈ ਮੈਂ ਸਾਰਿਆਂ ਨੂੰ ਮੁਬਾਰਕਬਾਦ ਦਿੰਦਾ। ਔਰ ਸਾਰਿਆਂ ਵਾਸਤੇ ਮੈਂ ਗੁਰੂ ਮਹਾਰਾਜ ਦੀ ਅਰਦਾਸ ਵੀ ਕਰਦਾ ਕਿ ਆਉਣ ਵਾਲੇ ਦਿਨਾਂ 'ਚ ਸਾਰਿਆਂ ਦਾ ਜਿਹੜਾ ਚੰਗਾ ਟਾਈਮ ਆਵੇ, ਸਾਰਿਆਂ ਨੂੰ ਰੱਬ ਗੁਰੂ ਮਹਾਰਾਜ ਸਿਹਤ ਬਖਸ਼ਣ ਔਰ ਚੜ੍ਹਦੀ ਕਲਾ 'ਚ ਰੱਖਣ। ਹਾਂ, ਸੋ ਇਹ ਸਨ ਦਿਵਾਲੀ ਦੀਆਂ ਮੁਬਾਰਕਾਂ। ਹੁਣ ਥੋੜ੍ਹੀ ਜਿਹੀ ਗੱਲ ਕੀਤੀ ਆਪਾਂ, ਕਿਉਂਕਿ ਇਲੈਕਸ਼ਨ ਉੱਪਰੋਂ ਆ ਰਹੀ ਹੈ, ਹਰ ਇੱਕ ਨੂੰ ਖਿੱਚ ਹੈ ਔਰ ਖਿੱਚ ਵੀ ਹੋਣੀ ਚਾਹੀਦੀ ਹੈ। ਔਰ ਖਿੱਚ ਕਿਹਨਾਂ ਦੇ ਮਨਾਂ 'ਚ ਪੈਦਾ ਹੋਣੀ ਕਿ ਜਿਹੜੇ ਬੇਦਾਗ ਨੇ, ਜਿਨ੍ਹਾਂ ਨੇ ਗਰੀਬਾਂ ਦੀ ਗੱਲ ਕੀਤੀ, ਜਿਨ੍ਹਾਂ ਨੇ ਗਰੀਬਾਂ ਦੀ ਬਾਂਹ ਫੜਨੀ ਚਾਹੀ। ਔਰ ਸਾਨੂੰ ਸੁਣਦੇ ਵੀ ਬਾਹਰੋਂ ਕੁਝ ਬਾਹਰ ਅਸੀਂ ਪੱਤਰਕਾਰਾਂ ਸੁਣਦੇ ਹਾਂ ਔਰ ਸੁਣਦੇ ਵੀ ਹਾਂ, ਦੇਖਦੇ ਵੀ ਹਾਂ, ਔਰ ਗਲੀ ਗਲੀ ਜਾ ਕੇ ਹੱਥ ਦੇ ਵਿਚਾਰ ਸੁਣਦੇ ਹਾਂ ਕਿ ਇੰਦਰ ਸੇਖੜੀ ਨੂੰ ਟਿਕਟ ਮਿਲਣੀ ਚਾਹੀਦੀ ਹੈ, ਕਿਉਂਕਿ ਉਹ ਬੇਦਾਗ ਨੇ ਔਰ ਐਜੂਕੇਸ਼ਨ ਦੇ ਮਾਮਲੇ 'ਚ ਵੀ ਲੱਗੀ ਤਾਂ ਸਭ ਤੋਂ ਵਧੀਆ ਇਨਸਾਨ ਨੇ ਹਰ ਇੱਕ ਤਰੀਕੇ ਕਿ ਕਿਸੇ ਵੀ ਪੱਖੋਂ ਲੈ ਲਓ। ਔਰ ਅਸੀਂ ਅੱਜ ਉਹਨਾਂ ਨੂੰ ਮਿਲਦੇ ਹਾਂ ਔਰ ਪੁੱਛਦੇ ਹਾਂ ਕਿ ਜੇ ਤੁਹਾਨੂੰ ਟਿਕਟ ਮਿਲਦੀ ਹੈ ਔਰ ਕੁਝ ਚਾਹਵਾਨ ਨੇ ਵੀ, ਉਹਨਾਂ ਦਾ ਮਨ ਵੀ ਖੁਸ਼ ਹੋ, ਇਹਦੇ ਬਾਰੇ ਇਹ ਕੀ ਕਹਿਣਾ ਚਾਹੁੰਦੇ ਨੇ, ਆਓ ਗੱਲ ਕਰਦੇ ਹਾਂ। ਮੇਰੀ ਤਾਂ ਇੱਕ ਕਮਿਟਮੈਂਟ ਹੈ ਆਪਣੇ ਇਲਾਕੇ ਵਾਸਤੇ। ਮੈਂ ਜਦੋਂ ਆਪਣੇ ਇਲਾਕੇ ਨੂੰ ਕੰਪੇਅਰ ਕਰਦਾ ਬਾਕੀ ਪੰਜਾਬ ਦੇ ਜਿਹੜੇ ਦੂਜੇ ਵੱਡੇ ਸ਼ਹਿਰ ਨੇ ਉਹਨਾਂ ਨਾਲ ਕੰਪੇਅਰ ਕਰਦਾ, ਤਾਂ ਮੈਂ ਆਪਣੇ ਆਪ ਨੂੰ ਬਹੁਤ ਪਿਛੜਿਆ ਹੋਇਆ ਮਹਿਸੂਸ ਕਰਦਾ। ਇਕਨੋਮਿਕਲੀ ਅਸੀਂ ਪਿਛੜੇ ਹੋਏ ਹਾਂ, ਡਿਵੈਲਪਮੈਂਟ ਦੇ ਵਿੱਚ ਅਸੀਂ ਪਿਛੜੇ ਹੋਏ ਹਾਂ, ਐਜੂਕੇਸ਼ਨ ਇਨਫਰਾਸਟਰਕਚਰ 'ਚ ਅਸੀਂ ਪਿਛੜੇ ਹੋਏ ਹਾਂ, ਹੈਲਥ ਸਰਵਿਸਿਜ਼ ਦੇ ਵਿੱਚ ਅਸੀਂ ਪਿਛੜੇ ਹੋਏ ਹਾਂ। ਇਹ ਸਾਰੀਆਂ ਜਿਹੜੀਆਂ ਪ੍ਰਾਇਰਟੀ ਸੈਕਟਰਸ ਨੇ ਜਿਹੜੇ ਬਹੁਤ ਹੀ ਜ਼ਰੂਰੀ ਨੇ ਐਡਰੈਸ ਕਰਨੇ, ਔਰ ਇਹਨਾਂ ਦੇ ਸਾਰਿਆਂ ਵਾਸਤੇ ਇੱਕ ਸਟਰੋਂਗ ਪੋਲੀਟੀਕਲ ਵਿਲ ਔਰ ਇੱਕ ਸੁਲਝਿਆ ਹੋਇਆ ਇਨਸਾਨ ਜ਼ਰੂਰੀ ਹੈ ਜਿਹੜਾ ਜਾ ਕੇ ਇਸ ਇਲਾਕੇ ਦੇ ਹੱਕ ਹਕੂਕ ਲਿਆ ਕੇ ਸਾਨੂੰ ਦੇ ਸਕੇ। ਅਸੀਂ ਹੁਣ ਦੇਖਿਆ ਕਿ ਸਾਡੇ ਇਲਾਕੇ ਦੇ ਵਿੱਚ ਜਿਹੜੀ ਲੀਡਰਸ਼ਿਪ ਹੈ ਕਾਂਗਰਸ ਦੀ, ਇਹ ਕੈਬਨਿਟ ਦੇ ਵਿੱਚ ਇਹਨਾਂ ਦਾ ਬੋਲਬਾਲਾ, ਇੱਥੋਂ ਤੱਕ ਬੋਲਬਾਲਾ ਕਿ ਇਹਨਾਂ ਨੇ ਚੀਫ ਮਿਨਿਸਟਰ ਕੈਪਟਨ ਅਮਰਿੰਦਰ ਸਿੰਘ ਨੂੰ 6 ਮਹੀਨੇ ਪਹਿਲੇ ਲਵਾਤਾ। ਇਹ ਮਾਝਾ ਐਕਸਪ੍ਰੈਸ ਜਿਹੜੀ ਸਾਡੇ ਇਲਾਕੇ ਦੀ ਮਿਨਿਸਟਰੀਅਲ ਬਰਥ 'ਤੇ ਬੈਠੀ ਰਹੀ ਹੈ, ਇੰਨੀ ਸਟਰੋਂਗ ਲੀਡਰਸ਼ਿਪ ਹੋਵੇ ਅਤੇ ਇਲਾਕੇ ਦਾ ਕੁਛ ਨਾ ਹੋਵੇ, ਇਹ ਬੜੀ ਸ਼ਰਮਿੰਦਗੀ ਦੀ ਗੱਲ ਹੈ। ਔਰ ਮੈਂ ਸਮਝਦਾ ਕਿ ਇਹੋ ਜਿਹੇ ਲੀਡਰਸ ਜਿਹੜੇ ਆਪਣੇ ਇਲਾਕੇ ਵਾਸਤੇ ਕੁਛ ਨਾ ਕਰ ਸਕਣ, ਉਹਨਾਂ ਨੂੰ ਲੀਡਰ ਕਹਾਉਣ ਦਾ ਹੱਕ ਨਹੀਂ, ਉਹਨਾਂ ਨੂੰ ਰਿਪਰੈਜ਼ੈਂਟ ਕਰਨ ਦਾ ਵੀ ਹੱਕ ਨਹੀਂ। ਇਹਨਾਂ ਨੂੰ ਤਾਂ ਆਈ ਥਿੰਕ ਹੁਣ ਪੋਲੀਟਿਕਸ 'ਚੋਂ ਰਿਜ਼ਾਈਨ ਕਰ ਦੇਣਾ ਚਾਹੀਦਾ ਔਰ ਲੋਕਾਂ ਨੂੰ ਇਹਨਾਂ ਨੂੰ ਘਰ ਬਿਠਾ ਦੇਣਾ ਚਾਹੀਦਾ। ਔਰ ਇੱਕ ਮੈਂ ਤੁਹਾਨੂੰ ਗੱਲ ਪੁੱਛਣੀ ਚਾਹੁੰਦਾ, ਜਿਵੇਂ ਤੁਹਾਡੇ ਵੀਰ ਜੀ ਅਸ਼ਵਨੀ ਸੇਖੀ ਜੀ ਇਸ ਵੇਲੇ ਕਾਂਗਰਸ ਵਿੱਚ ਨੇ, ਔਰ ਜੇ ਤੁਹਾਨੂੰ ਟਿਕਟ ਮਿਲਦੀ ਹੈ ਉਹ ਤੁਹਾਨੂੰ ਦਿੱਕਤਾਂ ਆਉਣਗੀਆਂ, ਮੇਰਾ ਖਿਆਲ ਲੱਗਦਾ ਮੈਨੂੰ, ਉਹਦੇ ਬਾਰੇ ਤੁਸੀਂ ਕੀ ਵਿਚਾਰ ਕਰਦੇ ਹੋ? ਤੁਸੀਂ ਲੱਗਦਾ ਤਾਂ ਮੈਨੂੰ ਵੀ ਹੈ ਕਿ ਤੁਸੀਂ ਬਹੁਤ ਵਿਚਰੇ ਔਰ ਗਰੀਬਾਂ ਦੀ ਗੱਲ ਕੀਤੀ, ਗਰੀਬਾਂ ਦੀ ਬਾਹ ਫੜੀ, ਬਹੁਤ ਲੋਕ ਤੁਹਾਡੇ ਨਾਲ ਜੁੜਨਗੇ ਔਰ ਆਉਣਗੇ, ਔਰ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਦੇਖੋ, ਇੱਕ ਬਲੱਡ ਲਾਈਨ ਹੈ ਬ੍ਰਦਰਹੁੱਡ ਦੀ, ਉਹ ਜਿਹੜੀ ਹੈ ਉਹ ਮੇਰੇ ਵੀਰ ਜੀ ਤੁਸੀਂ ਮੈਨੂੰ ਕਿਹਾ, ਬਟ ਵੀਰ ਹੋਣ ਦੇ ਨਾਲ ਇੱਕ ਜਿਹੜੀ ਮੈਂ ਤੁਹਾਨੂੰ ਇੱਥੇ ਕਲੈਰੀਫਿਕੇਸ਼ਨ ਦੇਣੀ ਚਾਹਾਂਗਾ ਕਿ ਮੈਂ ਉਹਦੇ ਕਦੀ ਵੀ ਮਾੜੇ ਕਰਨ ਦਾ ਕਦੀ ਭਾਈਵਾਲ ਨਹੀਂ ਬਣੇ। ਜਿੰਨੇ ਵੀ ਉਹਨੇ ਮਾੜੇ ਕਰਮ ਕੀਤੇ ਆ ਮੇਰੇ ਕੋਲ ਲੁਕਾ ਕੇ ਕੀਤੇ ਆ ਔਰ ਮੇਰੇ ਤੋਂ ਚੋਰੀ ਕੀਤੇ ਆ। ਔਰ ਜਿੱਥੋਂ ਤੱਕ ਮੇਰਾ ਆਪਣਾ ਕਿਰਦਾਰ ਹੈ, ਜਦੋਂ ਮੇਰੇ ਨੋਟਿਸ 'ਚ ਕਦੀ ਵੀ ਕੋਈ ਗਲਤ ਕੰਮ ਆਇਆ ਅਤੇ ਮੈਂ ਉਸ ਚੀਜ਼ ਨੂੰ ਰੋਕਿਆ ਔਰ ਕੋਸ਼ਿਸ਼ ਕੀਤੀ ਹੈ ਕਿ ਉਹ ਜਿਹੜਾ ਗਲਤ ਕੰਮ ਹੋਇਆ ਦਾ ਵਾ, ਉਹਨਾਂ ਨੇ ਜਿਹੜੇ ਵੀ ਕੋਈ ਗਲਤ ਕੰਮ ਕੀਤੇ ਨੇ, ਮੈਂ ਉਹਦਾ ਕਦੀ ਵੀ ਉਹਨਾਂ ਦਾ ਸਪੋਰਟਰ ਨਹੀਂ ਰਿਹਾ ਔਰ ਨਾ ਹੀ ਮੈਂ ਕਦੀ ਇਸ ਚੀਜ਼ ਨੂੰ ਆਪਣੀ, ਜਦੋਂ ਤੱਕ ਮੇਰੀ ਨੌਲੇਜ ਕੋਈ ਵੀ ਗਲਤ ਕੰਮ ਆਇਆ ਤਾਂ ਮੈਂ ਉਸ ਚੀਜ਼ ਨੂੰ ਰੋਕਿਆ। ਔਰ
ਇਸ ਗੱਲ ਦਾ ਮੈਨੂੰ ਆਪਣੇ ਆਪ ਤੇ ਮਾਣ ਹੈ ਕਿ ਉਹਦੀਆਂ ਜਿਹੜੀਆਂ ਗਲਤੀਆਂ ਦਾ ਜਿਹੜਾ ਇਲਜ਼ਾਮ ਮੇਰੇ ਤੇ ਕਦੀ ਨਹੀਂ ਆਉਂਦਾ, ਔਰ ਜਿੰਨੀ ਦੇਰ ਵੀ ਉਹ ਪਾਵਰ 'ਚ ਰਿਹਾ ਮੈਂ ਉਹਦੀ ਕਦੀ ਪਾਵਰ ਨੂੰ ਕਦੀ ਮਿਸਯੂਜ਼ ਨਹੀਂ ਹੋਣ ਦਿੱਤਾ। ਜੇ ਲੋਕਾਂ ਨੇ ਉਹਨੂੰ ਪਾਵਰ ਦਿੱਤੀ ਤੇ ਉਹ ਉਹਨਾਂ ਦੀ ਲੋਕਾਂ ਦੀ ਪਾਵਰ ਮੈਂ ਲੋਕਾਂ 'ਚ ਲਿਜਾ ਕੇ ਉਹਨਾਂ ਦੇ ਬੈਟਰਮੈਂਟ ਵਾਸਤੇ, ਉਹਨਾਂ ਦੀ ਸਰਵਿਸਿਜ਼ ਵਾਸਤੇ, ਉਹਨਾਂ ਨੂੰ ਫੈਸਿਲੀਟੇਟ ਕਰਨ ਵਾਸਤੇ ਵਰਤੀ, ਕਦੀ ਉਹਦਾ ਮਿਸਯੂਜ਼ ਨਹੀਂ ਕੀਤਾ। ਇਹੀ ਕਾਰਨ ਹੈ ਕਿ ਲੋਕੀ ਮੈਨੂੰ ਇਸ ਇਲਾਕੇ ਦੇ ਪਿਆਰ ਕਰਦੇ ਨੇ, ਉਹ ਆਪਣਾ ਸਮਝਦੇ ਨੇ। ਅੱਛਾ, ਜੇ ਕਿਤੇ ਆਪਾਂ ਨੂੰ ਇਹ ਟਿਕਟ ਮਿਲ ਜਾਂਦੀ ਹੈ ਅਕਾਲੀ ਦਲ ਦੀ, ਤੁਸੀਂ ਦੇਖਦੇ ਹੋ ਕਿਤੇ ਕਿਤੇ ਵੀ ਜੇ ਆਪਾਂ ਅੱਜ ਕਾਂਗਰਸੀ ਹਾਂ ਤੇ ਫਿਰ ਆਪਾਂ ਅਕਾਲੀਆਂ ਦੀ ਗੱਲ ਨਹੀਂ ਕਰਦੇ। ਜੇ ਆਪਾਂ ਅਕਾਲੀਆਂ ਤੇ ਕਾਂਗਰਸ ਦੇ ਤਾਂ ਕੁਝ ਘਰ ਇਹੋ ਜਿਹੇ ਜਿੱਥੇ ਕੋਈ ਆਟਾ ਦਾਲ ਸਕੀਮ ਨਹੀਂ ਪਹੁੰਚ ਰਹੀ। ਹੁਣ ਜੇ ਆਪਾਂ ਸਿਹਤ ਦੇ ਮਾਮਲੇ 'ਚ ਪਹੁੰਚੀਏ ਦੇਖੀਏ ਤੇ ਜਿਹਦੀ ਫੋਨ ਤੇ ਗੱਲ ਹੋ ਜਾਂਦੀ ਹੈ, ਉਹਨਾਂ ਮਰੀਜ਼ਾਂ ਦਾ ਇਲਾਜ ਹੁੰਦਾ ਹੈ, ਉਹਨਾਂ ਦੀ ਡਿਵੈਲਪਮੈਂਟ ਦੂਸਰੇ ਕਿਸੇ ਦਾ ਖਿਆਲ ਨਹੀਂ ਹੁੰਦਾ। ਇਹ ਗੱਲ ਹੋਣੀ ਚਾਹੀਦੀ ਹੈ ਕਿ ਨਹੀਂ ਹੋਣੀ ਚਾਹੀਦੀ? ਦੇਖੋ, ਦੋ ਸਵਾਲ ਨੇ ਤੁਹਾਡੇ ਇੱਕ ਸਵਾਲ ਦੇ ਵਿੱਚ। ਇੱਕ ਤਾਂ ਹੈ ਕਿ ਜਿਹੜੇ ਲੋਕਾਂ ਦੇ ਹੱਕ ਹਕੂਕ ਨੇ ਆਟਾ ਦਾਲ ਸਕੀਮ ਦੇ, ਉਹ ਮਿਲਣੇ ਚਾਹੀਦੇ ਨੇ। ਦੇਖੋ, ਜਿਹੜੀਆਂ ਗਵਰਨਮੈਂਟ ਦੀਆਂ ਸਕੀਮਾਂ ਨੇ, ਜਿਹੜੀਆਂ ਮੋਸਟਲੀ ਅਕਾਲੀ ਦਲ ਗਵਰਨਮੈਂਟ ਨੇ ਲਾਂਚ ਕੀਤੀਆਂ ਫॉर ਵੈਲਫੇਅਰ ਆਫ ਪੂਅਰ ਐਂਡ ਨੀਡੀ, ਉਹ ਸਾਰੀਆਂ ਸਕੀਮਾਂ ਜਿਹੜੀਆਂ ਵਾ ਡੋਰ ਡਿਲੀਵਰੀ ਹੋਣੀਆਂ ਚਾਹੀਦੀਆਂ। ਉਹ ਕਿਸੇ ਪੋਲੀਟੀਕਲ ਪਾਰਟੀ ਦੀ ਕੋਈ ਕੰਟਰੀਬਿਊਸ਼ਨ ਨਹੀਂ ਹੋਣੀ ਚਾਹੀਦੀ ਉਹਦੇ 'ਚ। ਉਹ ਲੋਕਾਂ ਦੇ ਹੱਕ ਨੇ ਜਿਹੜੇ ਲੋਕਾਂ ਨੂੰ ਜਾਣੇ ਨੇ। ਇੱਥੇ ਬੜਾ ਮੰਦਭਾਗਾ ਇੱਥੇ ਸਿਸਟਮ ਬਣਿਆ ਕਿ ਪੋਲੀਟੀਸ਼ੀਅਨਸ ਆਪਣੇ ਘਰਾਂ 'ਚ ਗਰੀਬਾਂ ਨੂੰ ਬੁਲਾ ਕੇ ਚੱਕਰ ਲਵਾਉਂਦੇ ਨੇ, ਉਹਨਾਂ ਦੇ ਫਾਰਮ ਭਰਵਾਉਂਦੇ ਨੇ, ਫਿਰ ਉਹਨਾਂ ਦੇ ਮੁੜ ਕੇ ਕੰਮ ਕਹਿੰਦੇ ਅਸੀਂ ਤੁਹਾਡੇ ਕੰਮ ਕਰਵਾਏ। ਇਹ ਬਿਲਕੁਲ ਗਲਤ ਗੱਲ ਹੈ। ਡੋਰ ਡਿਲੀਵਰੀ ਹੋਣੀ ਚਾਹੀਦੀ ਹੈ। ਜਿਹੜੀ ਰਾਜਨੀਤੀ ਸੇਵਾ ਦਾ ਸਾਡੇ ਬਾਦਲ ਸਾਹਿਬ ਦਾ ਜਿਹੜਾ ਆਦੇਸ਼ ਹੈ, ਉਹ ਜਿਹੜੀ ਸਰਵਿਸਿਜ਼ ਜਿਹੜੀਆਂ ਲੋਕਾਂ ਦੇ ਹੱਕ ਨੇ, ਅਫਸਰਾਂ ਨੂੰ ਉਹਨਾਂ ਦੇ ਘਰਾਂ 'ਚ ਜਾ ਕੇ ਉਹਨਾਂ ਨੂੰ ਡਿਲੀਵਰ ਕਰਨੀਆਂ ਚਾਹੀਦੀਆਂ। ਇਹ ਜਿਹੜਾ ਸਿਸਟਮ ਜਿੱਥੇ ਕਿਤੇ ਫੇਲੂਅਰ ਹੋਇਆ, ਸਾਡੀ ਸਰਕਾਰ ਆਉਣੀ ਹੈ, ਅਸੀਂ ਇਹ ਸਿਸਟਮ ਨੂੰ ਸੈਟ ਰਾਈਟ ਕਰਾਂਗੇ। ਉਹ ਲੋਕਾਂ ਦੇ ਹੱਕ ਹਕੂਕ ਲੋਕਾਂ ਦੇ ਘਰਾਂ 'ਚ ਜਾ ਕੇ ਦਿੱਤੇ ਜਾਣਗੇ, ਨਾ ਕਿ ਲੀਡਰਾਂ ਦੇ ਦਰਵਾਜ਼ਿਆਂ 'ਚ ਧੱਕੇ ਖਾ ਕੇ ਉਹਨਾਂ ਨੂੰ ਮਿਲਣਗੇ। ਦੂਜੀ ਗੱਲ ਜਿਹੜੀ ਤੁਸੀਂ ਕਹੀ ਹੈ ਹੈਲਥ ਸਰਵਿਸਿਜ਼ ਦੀ, ਫੋਨ ਕਰਕੇ ਲੋਕਾਂ ਦੇ ਇਲਾਜ ਹੁੰਦੇ ਨੇ, ਬਹੁਤ ਹੀ ਮਾੜੀ ਗੱਲ ਹੈ। ਜਦ ਗਵਰਨਮੈਂਟ ਦਾ ਫ੍ਰੀ ਮੈਡੀਕਲ ਹੈਲਥ ਸਰਵਿਸਿਜ਼ ਦੇਣ ਦਾ ਸੰਕਲਪ ਹੈ ਤੇ ਜਿਹੜੇ ਸਿਵਲ ਹਸਪਤਾਲ ਨੇ ਜਾਂ ਡਿਸਪੈਂਸਰੀਜ਼ ਨੇ, ਉਹਨਾਂ ਦੀ ਇਹ ਡਿਊਟੀ ਬਾਉਂਡ ਹੈ ਉਹ ਸਾਰੇ ਜਾਣੇ ਕਿ ਦਵਾਈਆਂ ਵੀ ਹਸਪਤਾਲਾਂ 'ਚੋਂ ਮਿਲਣ ਫ੍ਰੀ ਤੇ ਲੋਕਾਂ ਦੇ ਇਲਾਜ ਵੀ ਫ੍ਰੀ ਹੋਣ, ਇਰਰਿਸਪੈਕਟਿਵ ਆਫ ਕਿ ਉਹਦਾ ਕਿਸੇ ਨੇ ਫੋਨ ਕੀਤਾ ਜਾਂ ਨਹੀਂ ਕੀਤਾ। ਜਿਹੜਾ ਕੋਈ ਬੰਦਾ ਨੀਡੀ ਹੈ ਜਿਹਨੂੰ ਮੈਡੀਕਲ ਹੈਲਥ ਸਰਵਿਸਿਜ਼ ਮਿਲਣੀਆਂ, ਅਦਰਵਾਈਜ਼ ਆਲਸੋ ਹਿਊਮੈਨਿਟੇਰੀਅਨ ਗਰਾਊਂਡ 'ਤੇ ਵੀ ਗੱਲ ਕਰ ਲਈਏ ਤੇ ਜਿਹੜਾ ਬੰਦਾ ਬਿਮਾਰ ਹੈ, ਅਗਰ ਅਸੀਂ ਉਹਨੂੰ ਮੈਡੀਕਲ ਸਰਵਿਸਿਜ਼ ਨਹੀਂ ਦਿੰਦੇ, ਇਸ ਨੂੰ ਵੱਡਾ ਪਾਪ ਨਹੀਂ ਹੋ ਸਕਦਾ। ਅੱਛਾ, ਇੱਕ ਗੱਲ ਆਪਾਂ ਹੋਰ ਬਟਾਲੇ ਨਾਲ ਬੜੀ ਵਧੀਆ ਜੁੜਦੀ ਹੈ, ਉਹ ਇਹ ਹੈ ਕਿ ਨਵੇਂ ਜਿੱਦਾਂ ਸਾਲ ਲੰਘਿਆ, ਹੁਣ ਦੁਬਾਰਾ ਕਿ ਹੁਣ ਸੀਜ਼ਨ ਸੀਗਾ, ਉਦੋਂ ਕਹਿੰਦੇ ਸੀ ਵੀ ਬਟਾਲੇ ਨੂੰ ਇੱਕ ਤੋਹਫਾ ਮਿਲਣਾ ਹੈ ਕਿ ਬਟਾਲੇ ਨੂੰ ਜ਼ਿਲ੍ਹਾ ਬਣਾਉਣਾ ਹੈ। ਇਹ ਸਾਰੇ ਕਾਂਗਰਸ ਐਰਕਾਂ ਪੂਰਾ ਉਹਨਾਂ ਨੇ ਜ਼ੋਰ ਲਾਇਆ, ਪਰ ਕਿਤੇ ਕਿਤੇ ਸਾਨੂੰ ਲੱਗਦਾ ਵੀ ਇਹ ਰਲੇ ਹੋਏ ਆ ਕਿ ਜਾਂ ਇਹਨਾਂ ਨੇ ਬਟਾਲੇ ਸ਼ਹਿਰ ਨੂੰ ਜ਼ਿਲ੍ਹਾ ਨਹੀਂ ਬਣਾਉਣਾ, ਜਾਂ ਕੋਈ ਇਹਨਾਂ ਦਾ ਕੀ ਮਕਸਦ ਆ ਜੋ ਕਿ ਬਣਨਾ ਚਾਹੀਦਾ। ਉਹਦੇ ਬਾਰੇ ਕੀ ਤੁਸੀਂ ਕਹਿਣਾ ਚਾਹੁੰਦੇ? ਮੈਂ ਤੁਹਾਨੂੰ ਇੱਕ ਇੱਥੇ ਦੇ ਜਿਹੜੇ ਲੀਡਰਸ਼ਿਪ ਹੈ ਨਾ, ਜਿਹੜਾ ਦੇ ਬਾਰੇ ਮੈਂ ਪਹਿਲੇ ਗੱਲ ਕੀਤੀ ਮਾਝਾ ਐਕਸਪ੍ਰੈਸ, ਉਹ 'ਚ ਤੁਸੀਂ ਇੱਥੇ ਦੇ ਜਿਹੜੇ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਵੀ ਨੇ ਇਸ ਵੇਲੇ, ਔਰ ਜਿਨ੍ਹਾਂ ਨੇ ਬਟਾਲੇ ਨੂੰ ਰਿਪਰੈਜ਼ੈਂਟ ਵੀ ਕੀਤਾ, ਇਹਨਾਂ ਦੀ ਸਾਰਿਆਂ ਦੀ ਜਿਹੜੀ ਹੈ ਨਾ ਅਨਪੜ੍ਹਤਾ ਦੀ ਸੋਚ ਤੁਹਾਡੇ ਸਾਹਮਣੇ ਰੱਖਣੀ ਚਾਹੁੰਦਾ। ਇਹਨਾਂ ਦੀ ਸੋਚ ਇਹ ਹੈ ਕਿ ਜੇ ਡਿਸਟ੍ਰਿਕਟ ਹੈੱਡਕੁਆਰਟਰ ਇੱਥੇ ਬਣ ਜਾਣਗੇ ਬਟਾਲੇ 'ਚ, ਤੇ ਇੱਥੇ ਐਡਮਿਨਿਸਟ੍ਰੇਟਿਵ ਸੈਟਅਪ ਸਟਰੋਂਗ ਹੋ ਜਾਏਗਾ। IAS ਅਫਸਰ DC ਬਣੇਗਾ, ਇੱਥੇ ਕੋਈ ਜਿਹੜੇ ਕਮਿਸ਼ਨਰ ਬੈਠਣਗੇ ਉਹ ਪੜ੍ਹੇ ਲਿਖੇ ਹੋਣਗੇ, ਜਿਨ੍ਹਾਂ ਦੇ ਇੱਥੇ ਜਿਹੜੀ ਵਿਜ਼ਨ ਜਿਹੜੀ ਨਵੀਂ ਬਣਨੀ ਹੈ ਉਹਦੇ ਵਿੱਚ ਉਹਨਾਂ ਦੀ ਕੰਟਰੀਬਿਊਸ਼ਨ ਬਹੁਤ ਹਾਈ ਲੈਵਲ ਦੀ ਹੋਏਗੀ। ਉੱਥੇ ਜਿਹੜੇ ਘੱਟ ਪੜ੍ਹੇ ਲਿਖੇ ਹੋਏ ਪੋਲੀਟੀਸ਼ੀਅਨ ਹੈ, ਇਹਨਾਂ ਦੀ ਸੇਹ ਘੱਟ ਜਾਂਦੀ ਹੈ, ਅਤੇ ਇਹ ਨਹੀਂ ਚਾਹੁੰਦੇ ਕਿ ਇਹਨਾਂ ਦੀ ਸੇਹ ਜਿਹੜੀ ਘਟੇ ਅਤੇ ਇਲਾਕੇ ਦੀ ਡਿਵੈਲਪਮੈਂਟ ਹੋਵੇ। ਇਹ ਇਹੋ ਜਿਹੀ ਜਿਹੜੀ ਸੋਚ, ਪਿਛੋਕੜ ਸੋਚ ਰੱਖੀ ਜਿਹੜੀ ਸਾਨੂੰ ਬੈਕ ਲਿਜਾ ਰਹੀ ਹੈ ਸੋਚ, ਕਿ ਜਿਹੜੇ ਇੱਥੇ ਚੰਗੇ ਅਫਸਰ ਨਾ ਆਉਣ ਅਤੇ ਸਾਡੇ ਇਲਾਕੇ ਨੂੰ ਅੱਗੇ ਵਧਾਉਣ, ਉਹੀ ਮੇਨ ਰੀਜ਼ਨ ਹੈ ਜਿਹਦੇ ਕਰਕੇ ਸਾਡੇ ਇਲਾਕੇ ਦੇ ਵਿੱਚ ਬਟਾਲੇ ਨੂੰ ਜਿਹੜਾ 6ਵਾਂ ਪੰਜਾਬ ਦਾ ਸਭ ਤੋਂ ਪੋਪੂਲੇਟਡ ਸ਼ਹਿਰ ਹੈ, ਸਾਰੇ ਪੈਰਾਮੀਟਰਸ ਰੈਵਨਿਊ ਡਿਸਟ੍ਰਿਕਟ ਦੇ ਪੂਰੇ ਕਰਨ ਦੇ ਇਹਦੇ ਵਿੱਚ ਸਾਰੇ ਜਿਹੜੇ ਕਈ ਸਾਲਾਂ ਤੋਂ, ਜਦੋਂ 2002 'ਚ ਪਹਿਲੇ 2002-05 ਦੇ ਵਿੱਚ, ਜਦੋਂ 7 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਨਵੇਂ ਡਿਸਟ੍ਰਿਕਟ ਲਾਂਚ ਕੀਤੇ ਬਣਾਏ ਸੀ, ਉਦੋਂ ਵੀ ਸਾਡੇ ਜਿਹੜੇ ਪੈਰਾਮੀਟਰ ਸਭ ਤੋਂ 1 ਨੰਬਰ 'ਤੇ ਸੀ, ਸਾਨੂੰ ਉਦੋਂ ਵੀ ਡਿਸਟ੍ਰਿਕਟ ਨਹੀਂ ਬਣਾਇਆ ਗਿਆ। ਇਹ ਬਹੁਤ ਮਾੜਾ, ਔਰ ਮੈਂ ਕਹਾਂਗਾ ਲੀਡਰਸ਼ਿਪ ਦੀ ਜਿਹੜੀ ਸੋਚ ਹੈ ਉਹ ਨੈਗੇਟਿਵ ਸੋਚ ਕਰਕੇ ਜਿਹੜੀ ਹੈ ਸਾਡੇ ਬਟਾਲੇ ਨੂੰ ਇਹ ਡਿਸਟ੍ਰਿਕਟ ਡਿਕਲੇਅਰ ਨਹੀਂ ਕੀਤਾ ਜਾ ਰਿਹਾ।
ਜਿਹਦੀ ਕਿ ਬਹੁਤ ਜ਼ਿਆਦਾ ਜ਼ਰੂਰਤ ਹੈ ਇੱਥੇ ਚੰਗੇ ਐਡਮਿਨਿਸਟ੍ਰੇਟਰਸ ਦੀ, ਚੰਗੇ ਆਫਿਸਰਸ ਦੀ, ਜਿਹੜੇ ਆਫਿਸਰ ਸਾਡੇ ਹੱਕ ਹਕੂਕ ਸਟੇਟ ਗਵਰਨਮੈਂਟ ਚੋਂ ਜਾਂ ਸੈਂਟਰ ਗਵਰਨਮੈਂਟ ਦੀਆਂ ਨਵੀਆਂ ਸਕੀਮਾਂ ਲਾਂਚ ਹੁੰਦੀਆਂ ਉਹਨਾਂ 'ਚੋਂ ਕਿਸ ਤਰ੍ਹਾਂ ਲਿਆ ਕੇ ਸਾਨੂੰ ਦੇ ਸਕਦੇ ਨੇ। ਉਹ ਸਾਰਾ ਕੰਮ ਜਿਹੜਾ ਸਾਡਾ ਪਿਛੜ ਜਾਂਦਾ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਸਾਡਾ ਬਟਾਲਾ ਜਿਹੜਾ ਅੱਜ ਵੀ ਇੱਕ ਤਹਿਸੀਲ ਦੇ ਰੂਪ ਦੇ ਵਿੱਚ ਕੰਮ ਕਰ ਰਿਹਾ। ਆਪਾਂ ਇੱਕ ਗੱਲ ਕਰਦੇ ਹਾਂ ਤੁਹਾਡੇ ਨਾਲ ਕਿ ਜਿਵੇਂ ਪਿੱਛੇ ਕਰੋਨਾ ਦੀ ਮਾਰ ਬਹੁਤ ਜ਼ਿਆਦਾ ਵੱਜੀ ਆ ਔਰ ਬਟਾਲੇ ਸ਼ਹਿਰ ਦੀ ਜੇ ਇੰਡਸਟਰੀ ਦਾ ਹਾਲ ਦੇਖੀਏ ਤਾਂ ਬਹੁਤ ਬੁਰੀ ਤਰ੍ਹਾਂ ਪਛੜ ਚੁੱਕੀ ਹੈ। ਜਿੰਨੇ ਕਾਰੋਬਾਰੀ ਆ ਸਭ ਉਹਨਾਂ ਨੇ ਆਪੋ ਕਾਰੋਬਾਰ ਕਈਆਂ ਦੇ ਚੋਰਿਆਂ ਦੇ ਬੰਦ ਹੀ ਹੋ ਗਏ ਨੇ ਅਤੇ ਉਹ ਰੋਡ 'ਤੇ ਆਉਣ ਵਾਲੀ ਗੱਲ ਆ। ਅਸੀਂ ਚਾਹੁੰਦੇ ਹਾਂ ਚਲੋ ਤੁਸੀਂ ਵੀ ਤੁਹਾਡੇ ਮਨ ਦੀ ਗੱਲ ਹੈ ਕਿ ਸਾਨੂੰ ਟਿਕਟ ਮਿਲਦੀ ਹੈ, ਚਲੋ ਪਰਮਾਤਮਾ ਕਰੇ ਤੁਹਾਨੂੰ ਟਿਕਟ ਮਿਲੇ, ਤੁਸੀਂ ਇਸ ਬਟਾਲਾ ਦੇ MLA ਬਣੋ। ਅਤੇ ਜੇ ਤੁਸੀਂ ਬਣਦੇ ਹੋ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਕਿ ਇਹ ਜਿਹੜੀ ਮਾਰ ਵੱਜੀ ਜਿਹੜੇ ਪਛੜ ਚੁੱਕੇ ਨੇ ਲੋਕ ਉਹਨਾਂ ਬਾਰੇ ਤੁਸੀਂ ਕੀ ਕਰੋਗੇ? ਇਹਦੇ ਬਾਰੇ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹੁੰਦਾ ਕਿ ਮੇਰਾ ਆਪਣਾ ਇੰਡਸਟਰੀਅਲ ਬੈਕਗਰਾਊਂਡ ਰਿਹਾ। ਮੈਂ ਜਦੋਂ 16 ਸਾਲ ਦੀ ਉਮਰ ਦਾ ਸੀ ਉਦੋਂ ਦਾ ਮੈਂ ਆਪਣੇ ਫਾਦਰ ਦੇ ਨਾਲ ਇੰਡਸਟਰੀ ਜੁਆਇਨ ਕਰ ਲਈ ਸੀ ਔਰ ਕਦੀ ਵੀ ਇੰਡਸਟਰੀ ਦਾ ਗ੍ਰਾਫ ਜਿਹੜਾ ਵਾ ਇੱਕ ਸਟ੍ਰੇਟ ਲਾਈਨ ਨਹੀਂ ਹੁੰਦਾ, ਅਪ ਐਂਡ ਡਾਊਨ ਚੱਲਦੀਆਂ ਰਹਿੰਦੀਆਂ ਇੰਡਸਟਰੀ ਦੇ ਵਿੱਚ। ਬਟ ਜਿਹੜੀ ਸਭ ਤੋਂ ਮਾੜੀ ਗੱਲ ਇਹ 'ਚ ਇਹ ਹੋਈ ਹੈ ਕਿ ਜਿਹੜੇ ਸਾਡੇ ਜਦੋਂ ਗ੍ਰਾਫ ਡਾਊਨ ਹੁੰਦਾ ਗਵਰਨਮੈਂਟ ਜਿਹੜੀਆਂ ਨਵੀਆਂ ਪਾਲਿਸੀਜ਼ ਦਿੰਦੀ ਹੈ ਤਾਂ ਕਿ ਇੰਡਸਟਰੀ ਨੂੰ ਰਿਵਾਈਵ ਕੀਤਾ ਜਾ ਸਕੇ। ਉਹ ਜਿੰਨੀਆਂ ਇੰਡਸਟਰੀਅਲ ਪਾਲਿਸੀਜ਼ ਨੇ, ਚਾਹੇ ਰਿਜ਼ਰਵ ਬੈਂਕ ਦੀਆਂ ਨੇ, ਚਾਹੇ ਸਟੇਟ ਗਵਰਨਮੈਂਟ ਦੀਆਂ ਨੇ ਜਾਂ ਚਾਹੇ ਸੈਂਟਰਲ ਗਵਰਨਮੈਂਟ ਦੀਆਂ, ਉਹਨਾਂ ਦੀ ਇੰਪਲੀਮੈਂਟੇਸ਼ਨ ਜਿਹੜੀ ਇਨ ਲੈਟਰ ਐਂਡ ਸਪਿਰਿਟ ਨਹੀਂ ਹੋ ਰਹੀ। ਬੈਂਕਰਸ ਨੇ RBI ਗਾਈਡਲਾਈਨਸ ਜਿਹੜੀਆਂ ਵਾਇਲੇਟ ਕੀਤੀਆਂ। ਸਟੇਟ ਗਵਰਨਮੈਂਟ ਜਿਹੜੀ ਹੈ ਇਸ ਗੱਲ ਨੂੰ ਇੰਸ਼ੋਰ ਨਹੀਂ ਕਰਵਾ ਰਹੀ ਕਿ ਉਹ ਜਿਹੜੀਆਂ ਵਾਇਲੇਸ਼ਨਸ ਹੋਈਆਂ ਉਹਦੀ ਰੈਕਟੀਫਿਕੇਸ਼ਨ ਹੋਵੇ। ਨਾ ਸਾਨੂੰ ਐਡਿਕੁਏਟ ਫੰਡਿੰਗ ਮਿਲ ਰਹੀ ਹੈ, ਨਾ ਸਾਨੂੰ ਜਿਹੜੇ ਸਾਡੇ ਫਿਸਕਲ ਇਨਸੈਂਟਿਵ ਨੇ ਸਾਨੂੰ ਮਿਲਦੇ ਪਏ ਨੇ। ਸੈਂਟਰ ਗਵਰਨਮੈਂਟ ਦੇ ਜਿਹੜੇ GST ਦੀ ਮਾਫੀ ਦੀਆਂ ਹਿਮਾਚਲ 'ਚ ਸਕੀਮਾਂ ਹੈਗੀਆਂ, JNK 'ਚ ਹੈਗੀਆਂ। ਸਾਡੀ ਅਸੈਂਬਲੀ ਦੇ ਵਿੱਚ ਇੱਕ ਰੈਜ਼ੋਲੂਸ਼ਨ ਪਾਸ ਹੋਇਆ ਸੀ ਯੂਨੈਨਿਮਸ ਕਿ ਜਿਹੜੇ ਬਾਰਡਰ ਡਿਸਟ੍ਰਿਕਟਸ ਨੇ ਉਹਨਾਂ ਦੇ ਵਿੱਚ ਸਾਰੀਆਂ ਉਹ ਸਕੀਮਾਂ ਜਿਹੜੀਆਂ ਹੈਗੀਆਂ ਉਹਨਾਂ ਦੇ ਬੈਨੀਫਿਟ ਸਾਨੂੰ ਮਿਲਣੇ ਚਾਹੀਦੇ। ਰੀਜ਼ਨ ਬੀਇੰਗ ਅਸੀਂ ਬੈਕਵਰਡਲੀ ਲੋਕੇਟਡ ਹੈ, ਔਨ ਦੀ ਬਾਰਡਰ ਹੈ। ਸਾਨੂੰ ਟਰਾਂਸਪੋਰਟੇਸ਼ਨ ਕਾਸਟ ਟੂ ਐਂਡ ਫਰੋ ਆਲਮੋਸਟ 25% ਆਫ ਆਵਰ ਸੇਲ ਵੈਲਿਊ ਸਾਨੂੰ ਪੈ ਜਾਂਦੀ ਹੈ। ਇਹ ਸਾਰੀ ਚੀਜ਼ਾਂ ਜਿਹੜੀਆਂ ਸਾਨੂੰ ਐਟ ਡਿਸਐਡਵਾਂਟੇਜ ਰੱਖਦੀਆਂ। ਉਹ ਸਾਰੀਆਂ ਸਕੀਮਾਂ ਜਿਹੜੀਆਂ ਸੈਂਟਰ ਗਵਰਨਮੈਂਟ ਦੀਆਂ ਹੈਗੀਆਂ ਅਗਰ ਸਾਨੂੰ ਉਹ ਮਿਲ ਜਾਂਦੀਆਂ, ਸਾਡੀ ਜਿਹੜੀ ਹੈ ਇਨਐਡਿਕੁਏਸੀ ਹੈ ਜਿਹੜੀ ਸਾਡੀ ਜਿਹੜਾ ਕੋਈ ਵੀ ਪ੍ਰੋਡਕਟ ਬਣਾਓ ਅਤੇ ਇਹ ਕੋਈ 200% 300% ਮਾਰਜਨ ਤਾਂ ਹੁੰਦੇ ਨਹੀਂ। ਜਿਹੜੀ ਕਮੋਡਿਟੀਜ਼ ਅਸੀਂ ਬਣਾਉਂਦੇ ਹਾਂ ਉਹਦੇ 'ਚ ਮਾਰਜਨ 25-30% ਨੇ ਅਤੇ ਜੇ ਸਾਡੇ 25-30% ਜਿਹੜੇ ਪੈਸੇ ਨੇ ਉਹ ਟਰਾਂਸਪੋਰਟੇਸ਼ਨ 'ਚ ਹੀ ਮੁੱਕ ਜਾਂਦੇ ਨੇ ਅਤੇ ਅਸੀਂ ਕਿਸ ਤਰ੍ਹਾਂ ਵਾਇਬਲ ਬਣਾ ਕੇ ਇੰਡਸਟਰੀ ਚੱਲ ਸਕਦੇ ਹਾਂ। ਇਹ ਚੀਜ਼ਾਂ ਜਿਹੜੀਆਂ ਗਵਰਨਮੈਂਟਸ ਨੂੰ ਦੇਖਣਾ ਪੈਂਦਾ। ਗਵਰਨਮੈਂਟਸ ਜਿਹੜੀਆਂ ਇਸ ਚੀਜ਼ ਨੂੰ ਆਪਣੀਆਂ ਪਾਲਿਸੀਜ਼ ਦੇ ਵਿੱਚ ਫਰੇਮ ਅਪ ਕਰਦੀਆਂ ਨੇ ਕਿ ਜਿੱਥੇ ਕੋਈ ਬੈਕਵਰਡਨੈਸ ਆ ਰਹੀ ਹੈ ਬਿਕੋਜ਼ ਆਫ ਰੋਂਗ ਪਾਲਿਸੀਜ਼ ਜਾਂ ਜਿਸ ਤਰ੍ਹਾਂ ਲੋਕੇਸ਼ਨਲ ਡਿਸਐਡਵਾਂਟੇਜ ਜਿਹਨੂੰ ਕਹਿੰਦੇ ਨੇ, ਉਹ ਚੀਜ਼ਾਂ ਜਿਹੜੀਆਂ ਕਵਰ ਅਪ ਕਰਨ ਵਾਸਤੇ ਗਵਰਨਮੈਂਟਸ ਹੀ ਕੰਮ ਕਰਦੀਆਂ ਨੇ। ਸਾਡੀ ਜਿਹੜਾ ਰਾਈਟਸ ਨੇ, ਸਾਡੀ ਜਿਹੜੀ ਲੀਡਰਸ਼ਿਪ ਸਾਡੇ ਤੋਂ ਪਹਿਲੇ ਰਹੀ ਹੈ, ਚਾਹੇ ਉਹ 'ਚ ਅਸ਼ਵਨੀ ਸੇਖੜੀ ਹੈ, ਚਾਹੇ ਕੋਈ ਜਗਦੀਸ਼ ਰਾਜ ਸਾਹਨੀ ਜੀ ਨੇ ਜਾਂ ਉਸ ਤੋਂ ਪਹਿਲੇ ਵੀ ਜਿਹੜੇ ਰਹੇ ਨੇ, ਜਿੱਥੇ ਉਹ ਜਾ ਕੇ ਆਪਣੇ ਲੀਡਰਸ਼ਿਪ ਜਿਹੜੀ ਹੈ ਆਪਣਾ ਵਿਊ ਪੁਆਇੰਟ ਸਟਰੋਂਗਲੀ ਰੱਖਦੀ ਰਹੀ, ਉੱਥੇ ਰਿਲੀਫ ਮਿਲਦੇ ਵੀ ਰਹੇ ਨੇ। ਇਹ ਪਿਛਲੇ 15-20 ਸਾਲਾਂ 'ਚ ਸਾਡੇ ਜਿਹੜੇ ਵਿਊ ਪੁਆਇੰਟਸ ਜਿਹੜੇ ਸਟਰੋਂਗਲੀ ਟੇਕਅਪ ਨਹੀਂ ਕੀਤੇ ਗਏ, ਜਿਹਦੇ ਕਰਕੇ ਸਾਡਾ ਏਰੀਆ ਬਹੁਤ ਬੈਕਵਰਡ ਹੋ ਗਿਆ। ਇੰਡਸਟਰੀ ਦੀ ਰਿਵਾਈਵਲ ਜਿਹੜੀ ਹੈ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਇਲਾਕੇ ਦੀ ਔਰ ਸਰਾਊਂਡਿੰਗ ਵਿਲੇजेस ਦੀ ਇੰਪਲੋਇਮੈਂਟ ਇੰਡਸਟਰੀ ਉੱਤੇ ਡਿਪੈਂਡ ਕਰਦੀ ਹੈ। ਔਰ ਸਾਰੀਆਂ ਗਵਰਨਮੈਂਟਸ, ਈਵਨ ਪੰਜਾਬ ਗਵਰਨਮੈਂਟ ਨੇ ਵੀ ਹੁਣ ਕਿਹਾ ਕਿ ਇੰਡਸਟਰੀਲਾਈਜੇਸ਼ਨ ਜਿਹੜੀ ਹੈ ਬਹੁਤ ਇੰਪੋਰਟੈਂਟ ਹੈ ਔਰ ਅਸੀਂ ਇਹਦੇ ਵਿੱਚ ਐਗਰੀਕਲਚਰ ਤੇ ਕਰਾਂਗੇ ਨਾਲ ਇੰਡਸਟਰੀ ਨੂੰ ਵੀ ਅਸੀਂ ਪੂਰਾ ਜ਼ੋਰ ਲਾਵਾਂਗੇ ਇੰਡਸਟਰੀਲਾਈਜੇਸ਼ਨ ਹੋਵੇ ਤਾਂ ਕਿ ਇੰਪਲੋਇਮੈਂਟ ਜਨਰੇਸ਼ਨ ਜਿਹੜੀ ਹੈ ਇਲਾਕਿਆਂ 'ਚ ਹੋ ਸਕੇ। ਤਦੇ ਅਸੀਂ ਇਕਨੋਮਿਕਲੀ ਵਾਇਬਲ ਹੋ ਸਕਦੇ ਹਾਂ, ਤਦੇ ਅਸੀਂ ਆਪਣਾ ਇਲਾਕਾ ਜਿਹੜਾ ਅੱਗੇ ਲਿਜਾ ਸਕਦੇ ਹਾਂ। ਚਲੋ ਇਹ ਤਾਂ ਆਪਾਂ ਜਿਵੇਂ ਗੱਲਾਂ ਆਪਾਂ ਕਰਦੇ ਰਹੇ ਹਾਂ। ਇੱਕ ਹੋਰ ਸਭ ਤੋਂ ਪੰਜਾਬ ਦੀ ਜਿਹੜੀ ਮਾਰ ਵਗ ਰਹੀ ਹੈ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੀ। ਨਸ਼ੇ ਕਿਵੇਂ ਚੱਲ ਰਹੇ ਨੇ ਕਿ ਨੌਜਵਾਨ ਨੂੰ ਕੋਈ ਨੌਕਰੀ ਨਹੀਂ ਮਿਲ ਰਹੀ। ਘਰ ਦੇ ਵਿੱਚ ਨੌਜਵਾਨ ਜਿਹੜੇ ਪੜ੍ਹੇ ਲਿਖੇ ਉਹ ਬੇਰੁਜ਼ਗਾਰ ਹੋਏ ਨੇ ਔਰ ਨਸ਼ਿਆਂ ਦੇ ਵਿੱਚ ਪਹਿਲਾਂ ਇੱਕ ਦੂਜੇ ਦੇ ਨਾਲ ਇੱਕ ਥੋੜ੍ਹਾ ਕਰਕੇ ਉਹ ਜਿਹੜੇ ਮਾਵਾਂ ਦੇ ਪੁੱਤ ਜਿਹੜੇ ਮਰ ਰਹੇ ਨੇ ਨਸ਼ਿਆਂ ਦੇ ਕਾਰਨ। ਉਹ ਇਹ ਬੰਦ ਹੋ ਸਕਦਾ ਕਿ ਜਾਂ ਕਿੱਦਾਂ ਇਹ ਸਰਕਾਰਾਂ ਦਾ ਜੇ ਕੋਈ ਚਾਲ ਆ ਕਿ ਜਾਂ ਨਸ਼ਾ ਆਉਣਾ ਬੰਦ ਕਿਉਂ ਨਹੀਂ ਹੋ ਰਿਹਾ? ਨਸ਼ਾ ਤੇ ਪੁਲਿਸ ਚਾਹਵੇ ਤੇ ਜੀ ਓਵਰਨਾਈਟ ਬੰਦ ਕਰ ਸਕਦੀ ਹੈ ਅਤੇ ਪੋਲੀਟੀਕਲ ਵਿਲ ਦੀ ਜ਼ਰੂਰਤ ਹੈ ਇਹਦੇ 'ਚ। ਔਰ
बड़ा मनभागा कि कुछ ਜਿਹੜੇ ਸੀਨੀਅਰ ਲੀਡਰਸ ਨੇ ਜਾਂ ਸੀਨੀਅਰ ਬਿਜ਼ਨਸਮੈਨ ਨੇ ਉਹ ਸਾਰੇ ਡਰੱਗ ਮਾਫੀਆ ਦੇ ਨਾਲ ਇਨਵੋਲਵ ਨੇ ਜਾਂ ਰੇਤ ਮਾਫੀਆ 'ਚ ਇਨਵੋਲਵ ਨੇ, ਜਿਹੜਾ ਕਿ ਸਾਡੀ ਨਵੀਂ ਪੀੜ੍ਹੀ ਨੂੰ ਜਿਹੜਾ ਖ਼ਤਮ ਕਰਨ ਦੇ ਵਿੱਚ ਬਹੁਤ ਵੱਡਾ ਰੋਲ ਅਦਾ ਕਰ ਰਿਹਾ। ਮੈਨੂੰ ਮੌਕਾ ਮਿਲਿਆ ਜਾਂ ਮੇਰੀ ਐਡਮਿਨਿਸਟ੍ਰੇਸ਼ਨ ਦੇ ਵਿੱਚ ਜੇ ਸੇਧ ਬਣਦੀ ਹੈ, ਮੈਂ ਇਨਸ਼ੋਰ ਕਰਾਂਗਾ ਕਿ ਨਸ਼ਾ ਜਿਹੜਾ ਇਲਾਕੇ 'ਚੋਂ ਇੱਕਦਮ ਖ਼ਤਮ ਕੀਤਾ ਜਾਵੇ ਔਰ ਆਪਣੇ ਯੂਥ ਨੂੰ ਐਮਪਲੋਇਮੈਂਟ ਦੇ ਕੇ ਉਹਨਾਂ ਦਾ ਸਾਰਿਆਂ ਦਾ ਫਿਊਚਰ ਬ੍ਰਾਈਟ ਕੀਤਾ ਜਾਵੇ। ਹਾਂ ਸਨ, ਇਹ ਸਨ ਸਾਡੇ ਇੰਦਰ ਸੇਖੜੀ ਜੀ ਬਟਾਲੇ ਤੋਂ, ਸੋ ਜਿਨ੍ਹਾਂ ਨੇ ਬਹੁਤ ਵਧੀਆ ਢੰਗ ਦੇ ਨਾਲ ਸੋ ਗੱਲਬਾਤ ਦਾ ਤਰੀਕਾ ਅਪਣਾਇਆ। ਸੋ ਨਾਲ ਨਾਲ ਇਹ ਵੀ ਵਿਸ਼ਵਾਸ ਵੀ ਦਵਾਇਆ ਕਿ ਜੇ ਕਿਤੇ ਆਪਾਂ ਸਾਨੂੰ ਟਿਕਟ ਮਿਲਦੀ ਹੈ ਹਾਈ ਕਮਾਂਡ ਵੱਲੋਂ, ਨਾਲ ਨਾਲ ਧੰਨਵਾਦ ਕਰਾਂਗੇ, ਨਾਲ ਨਾਲ ਜੋ ਤੁਹਾਡੇ ਨਾਲ ਵਾਅਦੇ ਕੀਤੇ ਗਏ ਨੇ ਇਹ ਵਾਅਦੇ ਪੂਰੇ ਕਰਾਂਗੇ। ਨੌਜਵਾਨਾਂ ਨੂੰ ਨੌਕਰੀ ਦਿੱਤੀ ਜਾਊਗੀ, ਘਰ ਘਰ ਜੋ ਆਟਾ ਦਾਲ ਦੀ ਸਕੀਮ ਹੈ ਉਹ ਵੀ ਦਿੱਤੀ ਜਾਊਗੀ, ਹਰ ਪਰਿਵਾਰ ਦੇ ਵਿੱਚ ਸਰਵਾ ਕੀਤਾ ਜਾਊਗਾ, ਹਰ ਇੱਕ ਪਿੰਡ ਦੇ ਵਿੱਚ, ਹਰ ਇੱਕ ਸ਼ਹਿਰ ਦੇ ਵਿੱਚ ਜਿੰਨਾ ਵੀ ਇਹਨਾਂ ਦਾ ਇਲਾਕਾ ਹੈ ਉਸ ਦੇ ਵਿੱਚ ਪੂਰੀ ਤਰ੍ਹਾਂ ਵਿਚਰਨਗੇ। ਔਰ ਇੱਕ ਵਾਰੀ ਫਿਰ ਆਪਾਂ ਸੇਖੜੀ ਜੀ ਨੂੰ ਦੀਵਾਲੀ ਆ ਰਹੀ ਹੈ, ਇੱਕ ਵਾਰੀ ਫਿਰ ਵਧਾਈਆਂ ਦੇ ਪਾਤਰ ਨੇ, ਵਧਾਈਆਂ ਦਿੰਦੇ ਹਾਂ। ਔਰ ਤੁਸੀਂ ਦੇਖਦੇ ਰਹੋ ਜੀ ਚੈਨਲ ਇੰਡੀਆ ਕ੍ਰਾਈਮ ਨਿਊਜ਼, ਔਰ ਮੈਂ ਹਾਂ ਪੱਤਰਕਾਰ ਕੁਲਦੀਪ ਸਿੰਘ ਹੈਪੀ, ਔਰ ਮੇਰੇ ਨਾਲ ਸਾਡੇ MD ਸਾਹਿਬ ਸਰਦਾਰ ਸੁਖਨਾਮ ਸਿੰਘ ਜੀ ਕਾਲੂ ਸਾਹਿਬ। ਧੰਨਵਾਦ ਜੀ। ਥੈਂਕ ਯੂ। ਅੱਜ ਅਸੀਂ ਬਟਾਲੇ ਦੇ ਜਿਵੇਂ ਦੇਖ ਰਹੇ ਹਾਂ, ਬਟਾਲੇ ਦਾ ਸ਼ਹਿਰ ਦਾ ਹਾਲ ਦੇਖ ਰਹੇ ਹਾਂ ਕਿ ਕੀ ਪ੍ਰੋਬਲਮ ਆ ਰਹੀ। ਤੁਸੀਂ ਬਟਾਲੇ ਸ਼ਹਿਰ ਦੇ ਹੋ, ਤਾਂ ਤੁਹਾਨੂੰ ਅਸੀਂ ਰੋਕਿਆ, ਤਾਂ ਅਸੀਂ ਪੁੱਛਿਆ ਵੀ ਤੁਸੀਂ ਮੈਨੂੰ ਲੱਗਦੇ ਹੋ ਵਧੀਆ ਇਨਸਾਨ ਹੋ ਅਤੇ ਪੜ੍ਹੇ ਲਿਖੇ ਇਨਸਾਨ ਵੀ ਤੁਸੀਂ ਹੋ, ਅਤੇ ਇਹ ਦੱਸੋ ਮਾੜਾ ਬਟਾਲੇ ਸ਼ਹਿਰ ਦੇ ਤੁਸੀਂ ਕੀ ਚਾਹੁੰਦੇ ਵੀ ਕਿਹੜੀ ਸਰਕਾਰ ਆਵੇ ਜਿਹਦੇ ਨਾਲ ਕੁਝ ਬਟਾਲੇ ਸ਼ਹਿਰ ਦਾ ਭਲਾ ਹੋ ਸਕੇ। ਸ਼੍ਰੀਮਾਨ ਜੀ, ਗੱਲ ਇਸ ਤਰ੍ਹਾਂ ਹੈ ਕਿ ਸਰਕਾਰ ਬਟਾਲੇ ਸ਼ਹਿਰ ਦਾ ਨਹੀਂ, ਹੁਣ ਤਾਂ ਪੂਰਾ ਪੰਜਾਬ ਹੀ ਚੇਂਜ ਚਾਹੁੰਦਾ ਵਾ। ਠੀਕ ਹੈ। ਕਿਉਂਕਿ ਕਾਂਗਰਸ ਦੇ ਜੋ ਤੁਸੀਂ ਹਾਲਾਤ ਵੇਖੇ ਆ, ਇਹਨਾਂ ਦਾ ਆਪਣਾ ਕਾਟੋ ਕਲੇਸ਼ ਨਹੀਂ ਮੁੱਕ ਰਿਹਾ, ਅਤੇ ਹੁਣ ਮਹੀਨੇ ਡੇਢ ਮਹੀਨੇ ਦਾ ਜਿਹੜਾ ਦੀਵਾਲੀ ਬੰਪਰ ਵੰਡੀ ਜਾਣ ਡੇ, ਚਾਕਲੇਟਾਂ ਵੰਡੀ ਜਾਣ ਡੇ ਨੇ, ਐਲਾਨ ਤੇ ਐਲਾਨ ਕਰੀ ਜਾ ਰਹੇ ਨੇ। ਚਲੋ ਇੰਪਲੀਮੈਂਟ ਵੀ ਕਰਨ, ਤੇ ਪਰ ਸਰਕਾਰ ਮਹੀਨੇ ਡੇਢ ਮਹੀਨੇ 'ਚ ਕੀ ਕਰਨੀ? ਇਹ ਟੋਟਲੀ ਫੇਲ ਸਰਕਾਰ ਆ। ਨਾ ਇਹਨਾਂ ਨੇ ਇੰਡਸਟਰੀ ਬਾਰੇ ਸੋਚਿਆ ਕੁਛ, ਨਾ ਇਹਨਾਂ ਨੇ ਸਟੂਡੈਂਟਸ ਦੇ ਬਾਰੇ ਸੋਚਿਆ ਕੁਛ, ਅਤੇ ਡਿਵੈਲਪਮੈਂਟ ਦੇ ਤੁਹਾਨੂੰ ਪਤਾ ਹੀ ਆ ਜਿਹੜੀ ਕਿ ਚੱਲਣ ਡਿਆ ਵਾ। ਬਾਕੀ ਹੁਣ ਨਾ ਰਹੀ ਗੱਲ ਮੇਰੇ ਸ਼ਹਿਰ ਦੀ, ਮੇਰੇ ਬਟਾਲੇ ਦੀ, ਅਤੇ ਹੁਣ ਆਪਾਂ ਚਾਹੁੰਦੇ ਹਾਂ ਕਿ ਬਟਾਲੇ ਦੇ ਵਿੱਚ ਇੱਕ ਪੜ੍ਹਿਆ ਲਿਖਿਆ ਇਮਾਨਦਾਰ ਨੇਤਾ ਆਵੇ ਜਿਹੜਾ ਇਸ ਸ਼ਹਿਰ ਦੇ ਨਾਲ ਜੁੜਿਆ ਹੋਇਆ ਹੈ। ਉਹ ਜਿਹੜੀ ਇਹ ਨਹੀਂ ਕਿ ਸ਼ਹਿਰ ਨੇਤਾ ਨੂੰ ਲੱਭਣ ਲਈ ਆਪਾਂ ਨੂੰ ਕਦੇ ਚੰਡੀਗੜ੍ਹ ਦਿੱਲੀ ਇੱਧਰ ਉੱਧਰ ਮਗਰ ਤੁਰਨਾ ਪਏ। ਸਾਨੂੰ ਚਾਹੀਦਾ ਲੋਕਲ। ਉਹ ਟਰੈਂਡ ਪੁਰਾਣੇ ਹੋ ਗਏ ਆ ਕਿ ਜਦੋਂ ਬੰਦੇ ਆਏ ਜਿੱਤ ਕੇ ਚਲੇ ਗਏ ਔਰ ਵਾਪਸ। ਹੁਣ ਤਾਂ ਜਨਤਾ ਨੂੰ ਸੇਵਾਦਾਰ ਚਾਹੀਦਾ ਕਿ ਜਿਹਦੇ ਤੱਕ ਉਹਨਾਂ ਦੀ ਪਹੁੰਚ ਹੋਵੇ, ਅਤੇ ਸਾਨੂੰ ਚਾਹੀਦਾ ਕਿ ਸਾਡੀ ਪਹੁੰਚ ਦੇ ਵਿੱਚ ਸਾਡਾ ਲੀਡਰ ਹੋਵੇ। ਅਤੇ ਅਸੀਂ ਇਸ ਵਾਰ ਕਾਮਨਾ ਕਰਦੇ ਹਾਂ ਜੀ, ਅਸੀਂ ਉਹਨਾਂ ਦੇ ਵੈਲ ਵਿਸ਼ਰਸ ਵੀ ਹਾਂ। ਅਸੀਂ ਇਸ ਵਾਰ ਚਾਹੁੰਦੇ ਹਾਂ ਕਿ ਸਾਡੇ ਇੰਦਰ ਸੇਖੜੀ ਜੀ ਨੂੰ ਮੌਕਾ ਦਿੱਤਾ ਜਾਏ। ਠੀਕ ਹੈ, ਪੜ੍ਹੇ ਲਿਖੇ ਨੇ, ਨੌਜਵਾਨਾਂ ਦੀ ਫੀਲਿੰਗਸ ਜਿਹੜੀ ਆ ਉਹ ਸਮਝਦੇ ਆ, ਔਰ ਉਹ ਜਿਸ ਵੀ ਵਰਗ ਦਾ ਬੰਦਾ ਹੈ ਉਹਦੇ ਨਾਲ ਉਸੇ ਟੱਚ 'ਚ ਨੇ। ਅਤੇ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਸਰਕਾਰ ਇਸ ਵੇਲੇ ਅਕਾਲੀ ਦਲ ਤੋਂ ਟਿਕਟ ਦੇਣ ਇਹਨਾਂ ਨੂੰ, ਇੰਦਰ ਸੇਖੜੀ ਜੀ ਨੂੰ, ਤਾਂ ਕਿ ਸਾਡੇ ਸ਼ਹਿਰ ਦੀ ਡਿਵੈਲਪਮੈਂਟ ਹੋ ਸਕੇ। ਸਾਡੇ ਨਾਲ ਇੱਕ ਹੋਰ ਨਵਾਂ ਚਿਹਰਾ, ਉਹਨਾਂ ਨੂੰ ਆਪਾਂ ਬੇਨਤੀ ਕੀਤੀ ਹੈ ਕਿਉਂਕਿ ਹਰ ਇੱਕ ਦਿਲ ਦਾ ਹਾਲ ਚਾਲ ਪੁੱਛਣਾ ਹੈ, ਹਰ ਇੱਕ ਦੀ ਦਿਲ ਦੀ ਸਲਾਹ ਕੀ ਹੈ, ਕਿਹੜੀ ਸਰਕਾਰ ਚਾਹੁੰਦੀ ਹੈ ਸੰਗਤ ਬਟਾਲੇ ਸ਼ਹਿਰ ਦੀ, ਕਿਉਂਕਿ ਬਟਾਲੇ ਸ਼ਹਿਰ ਦਾ ਹਾਲਾਤ ਤੁਸੀਂ ਆਪ ਦੇਖ ਰਹੇ ਹੋ ਕਿ ਕੀ ਬਣ ਰਿਹਾ। ਸੋ ਆਓ ਜੁੜਦੇ ਸਭ ਤੋਂ ਪਹਿਲਾਂ ਵੀਰ ਜੀ ਨੂੰ ਪੁੱਛਦੇ ਕਿ ਤੁਹਾਡਾ ਕੀ ਨਾਂ ਹੈ ਜਾਂ ਕੀ ਤੁਹਾਡਾ ਕਾਰੋਬਾਰ ਹੈ, ਔਰ ਆਉਣ ਵਾਲੀ ਜਿਹੜੀ ਸਰਕਾਰ ਹੈ ਕਿਸ ਦੀ ਹੋਣੀ ਚਾਹੀਦੀ ਹੈ। ਹਾਂਜੀ ਵੀਰ ਜੀ, ਸਭ ਤੋਂ ਪਹਿਲਾਂ ਆਪਣਾ ਨਾਂ ਦੱਸਣਾ ਹੈ, ਆਪਣਾ ਕੀ ਕਾਰੋਬਾਰ ਆ, ਉਸ ਤੋਂ ਬਾਅਦ ਦੱਸੋ ਕਿ ਸਰਕਾਰ ਕਿਹੜੀ ਹੋਣੀ ਚਾਹੀਦੀ ਹੈ। ਸਰ, ਮੇਰਾ ਨਾਮ ਨਿਤਿਨ ਅਰੋੜਾ, ਮੈਂ ਇੱਕ ਬੈਂਕਰ ਇਨਵੈਸਟਰ ਦੇ ਤੌਰ 'ਤੇ ਕੰਮ ਕਰਦਾ ਬਟਾਲੇ 'ਚ ਪੋਸਟ ਆਫਿਸ LIC ਦਾ। ਮੇਰੇ ਫਾਦਰ ਸਾਹਿਬ ਦਾ ਬਹੁਤ ਵਧੀਆ ਬਿਜ਼ਨਸ ਹੈ, ਮੈਂ ਵੀ ਖੁਦ ਉਹਨਾਂ ਦੇ ਨਾਲ ਥੋੜ੍ਹਾ ਬਹੁਤਾ ਕੰਮ ਕਰਦਾ। ਸਰਕਾਰ ਬਾਰੇ ਗੱਲ ਕਰੀਏ ਤਾਂ ਮੈਂ ਤਾਂ ਇਹ ਚਾਹੁੰਦਾ ਕਿ ਸਰਕਾਰ ਉਹ ਹੋਣੀ ਚਾਹੀਦੀ ਜਿਹੜੀ ਲੋਕਾਂ ਦੀ ਸੁਣੇ। ਹੁਣ ਅੱਜ ਦੀ ਡੇਟ ਦੇ ਵਿੱਚ ਤੁਸੀਂ ਵੇਖੋ 150 ਰੁਪਏ ਲੀਟਰ ਪੈਟਰੋਲ ਨੂੰ ਟੱਚ ਕਰਦਾ 110-11 ਰੁਪਏ ਹੋ ਗਿਆ। ਕਈ ਰੇਟ ਵੱਧ ਗਏ ਆ, ਲੋਕਾਂ ਦੀ ਪਰੇਸ਼ਾਨੀਆਂ ਵਧੀਆਂ ਹੋਈਆਂ, ਆਮਦਨ ਇੰਨੀ ਹੈ ਨਹੀਂ ਜਿੰਨੇ ਕਿ ਖਰਚੇ ਟੈਕਸ ਗੌਰਮੈਂਟ ਲਈ ਜਾ ਰਹੀ ਹੈ। ਸਰਕਾਰ 'ਤੇ ਚੇਂਜ ਵਾਲੀ ਚਾਹੀਦੀ ਹੈ ਜਿਹੜੀ ਪੰਜਾਬ ਦੇ ਹਿੱਤ ਬਾਰੇ ਸੋਚੇ। ਤੁਸੀਂ ਕਿਹੜੀ ਸਰਕਾਰ ਚਾਹੁੰਦੇ ਹੋ? ਆਮ ਪਾਰਟੀ ਚਾਹੁੰਦੇ ਹੋ, ਕਾਂਗਰਸ ਚਾਹੁੰਦੇ ਹੋ ਜਾਂ ਅਕਾਲੀ ਦਲ ਚਾਹੁੰਦੇ ਹੋ? ਜੇ ਤੁਸੀਂ ਕਾਂਗਰਸ ਚਾਹੁੰਦੇ ਹੋ, ਤੁਸੀਂ ਕਿਹੜਾ ਚਿਹਰਾ ਤੁਹਾਨੂੰ ਚੰਗਾ ਲੱਗਦਾ, ਜਾਂ ਆਮ ਪਾਰਟੀ ਕਿਹੜਾ ਚਿਹਰਾ? ਕਿਉਂਕਿ ਚਿਹਰੇ ਹੁੰਦੇ ਨੇ, ਜੋ ਕੋਈ ਜਿਹੜੇ ਬਟਾਲੇ ਸ਼ਹਿਰ ਦੇ ਵਿੱਚ ਕੋਈ ਆਹ ਚਿਹਰਾ ਨਵਾਂ ਆਵੇ ਜਿਹਦੇ ਨਾਲ ਡਿਵੈਲਪਮੈਂਟ ਦਾ ਫਰਕ ਪਵੇ, ਜਿਹਦੇ ਨਾਲ ਨੌਜਵਾਨ ਪੀੜ੍ਹੀ ਨਸ਼ਿਆਂ ਤੋਂ ਰਹਿਤ ਰਵੇ, ਜਿਹਦੇ ਨਾਲ ਬਟਾਲੇ ਇੰਡਸਟਰੀ ਦਾ ਮਤਲਬ ਹਾਲ ਥੋੜ੍ਹਾ ਜਿਹਾ ਚੰਗਾ ਹੋਵੇ, ਹੈ ਨਾ? ਤੁਸੀਂ ਕਿਹੜਾ ਚਿਹਰਾ ਮੰਨਦੇ ਹੋ? ਮੈਂ ਸਰ ਦੇਖੋ ਜੀ, ਮੇਰੇ ਹਿਸਾਬ ਨਾਲ ਇਸ ਟਾਈਮ ਅਕਾਲੀ ਦਲ ਨੂੰ ਮੈਂ ਵਧੀਆ ਗਿਣਦਾ। ਠੀਕ ਹੈ। ਉਹਦੇ ਕਾਰਨ ਹੈ ਕਿ ਬਾਦਲ ਸਾਹਿਬ ਨੇ ਪਿਛਲੇ 10 ਸਾਲ ਰਾਜ ਕੀਤਾ।
ਉਹਨੇ ਕੰਮ ਕਰਕੇ ਦਿਖਾਏ ਨੇ, ਕੰਮ ਬੋਲਦੇ ਆ। ਮੈਂ ਨਹੀਂ ਕਹਿੰਦਾ ਇੱਥੇ ਇਲਜ਼ਾਮ ਲੱਗਦਾ ਕਿ ਬਾਦਲ ਪੰਜਾਬ ਨੂੰ ਖਾ ਗਿਆ, ਪਰ ਜੇ ਅਗਰ ਮੇਰੀ ਗੱਲ ਤਾਂ ਸਿੱਧੀ ਜੀ ਆ, ਉਹ ਜੇ ਕੁਝ ਕਰਾਂਗੇ ਤਾਂ ਸਾਨੂੰ ਵੀ ਢਿੱਡ ਲੱਗਾ ਵਾ। ਜੇ 10 ਰੁਪਏ ਕਮਾਏ ਤਾਂ 2 ਰੁਪਏ ਵਿੱਚੋਂ ਲੈ ਵੀ ਲਏ ਤਾਂ ਕਾਹਦੀ ਗੱਲ ਹੈ? ਸਿੱਧੀ ਜੀ ਗੱਲ ਹੈ। ਦੇਖੋ ਸਰ, ਮਿਹਨਤ ਲੱਗਦੀ ਆ। ਔਰ ਜੇ ਤੁਸੀਂ ਗੱਲ ਕਰਦੇ ਹੋ ਬਟਾਲੇ ਹਲਕੇ ਦੀ, ਮੈਂ ਕਹਿੰਦਾ ਅਕਾਲੀ ਦਲ ਦਾ ਇੰਦਰ ਸੇਖੜੀ ਤੋਂ ਵਧੀਆ ਕੋਈ ਚਿਹਰਾ ਨਹੀਂ ਹੈਗਾ। ਮੇਰੇ ਹਿਸਾਬ ਨਾਲ ਇੰਦਰ ਸੇਖੜੀ ਜੀ ਨੂੰ ਟਿਕਟ ਦੇਣੀ ਚਾਹੀਦੀ ਪਾਰਟੀ ਨੂੰ, ਜੇ ਬਟਾਲੇ ਉਹਨਾਂ ਨੇ ਲੀਡ ਲੈਣੀ ਆ ਵਧੀਆ। ਇੱਕ ਹਿੰਦੂ ਕੈਂਡੀਡੇਟ ਨੇ, ਇੱਕ ਸੋਚ ਹੈ, ਸ਼ਹਿਰ ਥੋੜ੍ਹਾ ਸਾਡਾ ਹਿੰਦੂ ਮਾਈਂਡਡ ਹੈ, ਇੱਕ ਇੰਡਸਟਰੀਲਿਸਟ ਨੇ, ਬਹੁਤ ਵਧੀਆ ਇੰਡਸਟਰੀਜ਼ ਨੇ, ਪੋਲੀਟੀਕਲ ਪਰਿਵਾਰ ਤੋਂ ਵੀ ਬਿਲੋਂਗ ਕਰਦੇ ਨੇ। ਅੱਜ ਅਸੀਂ ਪਹੁੰਚੇ ਹਾਂ ਜੀ ਗਾਂਧੀ ਚੌਂਕ ਦੇ ਵਿੱਚ। ਸ਼ਹਿਰ ਦਾ ਮੇਨ ਚੌਂਕ ਮੰਨਿਆ ਜਾਂਦਾ ਗਾਂਧੀ ਚੌਂਕ। ਇਹ ਚੌਂਕ ਇੱਦਾਂ ਦਾ ਵੀ ਕੋਈ ਵੀ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਆ ਜਾਂ ਕੋਈ ਸਿਆਸੀ ਕੰਮ ਹੋਵੇ, ਇੱਥੇ ਪੁਤਲੇ ਉਹਨਾਂ ਦੇ ਸਾੜੇ ਜਾਂਦੇ ਨੇ। ਜਿਹੜੀ ਸਰਕਾਰ ਕੋਈ ਕਿਸੇ ਦਾ ਕੰਮ ਨਹੀਂ ਕਰਦੀ, ਉਹਦਾ ਪੁਤਲਾ ਸਾੜਿਆ ਜਾਂਦਾ ਹੈ। ਗਾਂਧੀ ਚੌਂਕ ਜਿਹੜਾ ਮੇਨ, ਇਹਦੀ ਆਵਾਜਾਈ ਠੱਪ ਕਰਕੇ ਆਮ ਆਦਮੀ ਪਾਰਟੀ ਹੋਈ ਜਾਂ ਅਕਾਲੀ ਹੋਏ ਜਾਂ ਕਾਂਗਰਸੀ ਹੋਏ, ਇਹ ਸਾਰੇ ਇੱਥੇ ਤਾਂ ਇਹਨਾਂ ਨਾਲ ਬਹੂ ਹੋਣੀ ਹੈ। ਇਸ ਦੁਕਾਨ ਦੇ ਮਾਲਕ ਨੇ ਔਰ ਬਹੁਤ ਸਿਆਣੇ ਨੇ, ਕਾਫੀ ਚਿਰ ਤੋਂ ਦੁਕਾਨ ਵੀ ਆਪਣੀ ਸਾਂਭਦੇ ਨੇ, ਕਾਰੋਬਾਰੀ ਕਰਦੇ ਨੇ। ਜਿਵੇਂ ਕਰੋਨਾ ਦੀ ਮਾਰ ਵੱਜੀ ਆ, ਕਾਰੋਬਾਰੀਆਂ ਨੂੰ ਬਹੁਤ ਜ਼ਿਆਦਾ ਘਾਟਾ ਪਿਆ। ਔਰ ਇਹ ਵੀ ਗੱਲ ਕਰਦੇ ਵੀ ਕਿਸੇ ਸਰਕਾਰ ਨੇ ਇਹਨਾਂ ਦੀ ਬਾਂਹ ਫੜੀ ਹੋਵੇ। ਆਓ ਗੱਲ ਕਰਦੇ ਆ। ਤੁਸੀਂ ਆਪਣਾ ਨਾਮ ਦੱਸਣਾ ਆਪਣਾ ਜੀ, ਤੇ ਉਸ ਤੋਂ ਬਾਅਦ ਆਪਣਾ ਦੱਸਣਾ ਵੀ ਤੁਹਾਨੂੰ ਕਿਹੜੀ ਸਰਕਾਰ ਆਉਣ ਵਾਲੀ ਸਰਕਾਰ ਕਿਹੜੀ ਚਾਹੀਦੀ। ਦੇਖੀਏ, ਪਹਿਲਾਂ ਤਾਂ ਮੈਂ ਇੰਡੀਆ ਕ੍ਰਾਈਮ ਨਿਊਜ਼ ਉਸ ਚੈਨਲ ਦਾ ਮੈਂ ਸਵਾਗਤ ਕਰਨਾ ਕਿ ਸਾਡੇ ਕੋਲ ਅੱਜ ਇੱਥੇ ਆ ਕੇ ਸਾਡੇ ਨਾਲ 2-4 ਮਿੰਟ ਇਹਨਾਂ ਨੇ ਗੱਲ ਕਰਨ ਦਾ ਸਾਨੂੰ ਮੌਕਾ ਦਿੱਤਾ। ਜਿੱਦਾਂ ਭਾਜੀ ਨੇ ਆਖਿਆ ਕਿ ਇਹ ਗਾਂਧੀ ਚੌਂਕ ਇਹ ਸ਼ਹਿਰ ਦਾ ਇੱਕ ਬਹੁਤ ਹੀ ਇੱਕ ਹਾਰਟ ਆਫ ਦਾ ਸਿਟੀ ਆ। ਔਰ ਮੈਂ ਗੱਲ ਇੱਥੋਂ ਸ਼ੁਰੂ ਕਰਨਾ, ਚਾਹੇ ਉਹ ਸਬਜੈਕਟ ਹੋਵੇ ਜਾਂ ਨਾ ਹੋਵੇ, ਲੇਕਿਨ ਕਿਸੇ ਨੇ ਵੀ ਕੋਈ ਪ੍ਰਦਰਸ਼ਨ ਕਰਨਾ ਵਾ, ਕਿਸੇ ਨੂੰ ਕੋਈ ਪ੍ਰੋਬਲਮ ਹੈ ਤਾਂ ਉਹਨਾਂ ਨੇ ਗਾਂਧੀ ਚੌਂਕ ਨੂੰ ਹੀ ਠੱਪ ਕਰਨਾ। ਇਹ ਸਾਰੀ ਟ੍ਰੈਫਿਕ ਉਹਨਾਂ ਨੇ ਰੋਕ ਦੇਣੀ ਆ, ਪ੍ਰਦਰਸ਼ਨਕਾਰੀਆਂ ਨੇ। ਔਰ ਕਈ ਵਾਰੀ ਤਾਂ ਇੱਥੋਂ ਤੱਕ ਇੱਕ ਦਿਨ ਦੇ ਵਿੱਚ 2-2, 3-3 ਵਾਰੀ ਵੀ ਪੁਤਲੇ ਜਲਾਏ ਜਾਂਦੇ ਆ। ਇਹਦਾ ਨਾਂ ਹੀ ਧਰਨਾ ਚੌਂਕ ਜਾਂ ਪੁਤਲਾ ਚੌਂਕ ਲੋਕਾਂ ਨੇ ਰੱਖ ਦਿੱਤਾ ਵਾ। ਜਦ ਕਿ ਚਾਹੀਦਾ ਪਤਾ ਕੀ ਆ ਕਿ ਜੇ ਕਿਸੇ ਨੂੰ ਪ੍ਰੋਬਲਮ ਆ ਕਮੇਟੀ ਘਰ ਦੇ ਨਾਲ, ਤਾਂ ਕਮੇਟੀ ਘਰ ਦੇ ਅੱਗੇ ਜਾ ਕੇ ਧਰਨਾ ਦੇਣ। ਜੇ ਪੁਲਿਸ ਦੇ ਨਾਲ ਸ਼ਿਕਾਇਤ ਹੈ ਤੇ SSB ਦਾ ਦਫ਼ਤਰ ਹੈ ਜਾਂ SDM ਦਾ ਦਫ਼ਤਰ ਹੈ, ਉੱਥੇ ਜਾ ਕੇ ਧਰਨਾ ਦੇਣ, ਜੇ ਨਾ ਕਿ ਲੋਕਾਂ ਨੂੰ ਖਰਾਬ ਕਰਨ। ਕਿਉਂਕਿ ਲੋਕਾਂ ਕੋਲ ਅੱਗੇ ਹੀ ਬੜਾ ਇੱਕ ਬਿਜੀ ਸ਼ਡਿਊਲ ਹੁੰਦਾ। ਕਿਸੇ ਨੇ ਮੰਜ਼ਿਲ 'ਤੇ ਪਹੁੰਚਣਾ ਹੁੰਦਾ, ਕਿਸੇ ਨੇ ਟ੍ਰੇਨ ਲੈਣੀ ਹੁੰਦੀ ਹੈ, ਕਿਸੇ ਨੇ ਪਲੇਨ ਲੈਣਾ ਵਾ, ਕਿਸੇ ਵਿਦਿਆਰਥੀ ਨੇ ਸਕੂਲ ਜਾਣਾ ਵਾ, ਕਿਸੇ ਰੋਗੀ ਨੇ ਦਵਾਈ ਲੈਣੀ ਆ। ਸੋ ਇਸ ਚੈਨਲ ਦੇ ਮਾਧਿਅਮ ਦੇ ਨਾਲ ਮੈਂ ਇਹ ਗੱਲ ਜ਼ਰੂਰ ਕਰਾਂਗਾ ਕਿ ਜਿਸ ਮਹਿਕਮੇ ਨਾਲ ਸੰਬੰਧਿਤ ਪ੍ਰੋਬਲਮ ਹੈ ਨਾ, ਉਸ ਮਹਿਕਮੇ ਦੇ ਦਫ਼ਤਰ ਦੇ ਅੱਗੇ ਜਾ ਕੇ ਇਹ ਧਰਨੇ ਲਾਉਣ। ਹੁਣ ਗੱਲ ਕੀਤੀ ਭਾਜੀ ਨੇ ਆਉਣ ਵਾਲੀ ਸਰਕਾਰ, ਦੇਖੀਏ ਫਰਵਰੀ ਦੇ ਵਿੱਚ 2022 ਦੇ ਵਿੱਚ ਪੰਜਾਬ ਵਿਧਾਨ ਸਭਾ ਦੇ ਜਨਰਲ ਇਲੈਕਸ਼ਨ ਹੋਣ ਵਾਲੇ ਆ। ਹਰ 5 ਸਾਲ ਬਾਅਦ ਇਲੈਕਸ਼ਨ ਹੁੰਦੇ ਆ, ਇਹਦੀ ਕੋਈ ਦੋ ਸ਼ੱਕ ਕੋਈ ਆਪਣੇ ਇਹਦੀ ਕੋਈ ਦੋ ਰਾਏ ਨਹੀਂ ਆ। ਅਤੇ ਪੋਲੀਟੀਕਲ ਗੇਮ ਬੜੀ ਜਲਦੀ ਬਦਲਦੀ ਪਈ ਆ, ਪੰਜਾਬ ਦੀ ਬਹੁਤ ਜਲਦੀ ਬਦਲਦੀ ਪਈ ਆ। ਔਰ ਲੋਕੀ ਜਾਂ ਇੱਕ ਰਾਜਨੀਤਿਕ ਦਲ ਵੋਟਾਂ ਲੈਣ ਦੀ ਖਾਤਰ ਲੋਕਾਂ ਨੂੰ ਜੇ ਮੈਂ ਕਹਾਂ ਕਿ ਲਾਲੀਪੌਪ ਦਿੰਦੇ ਆ ਤਾਂ ਉਹ ਗਲਤ ਨਹੀਂ ਹੋਏਗਾ। ਝੂਠੇ ਵੀ ਲਾਲੀਪੌਪ ਦਿੰਦੇ ਆ, ਜਦ ਕਿ ਇਹ ਨਹੀਂ ਦੇਣੇ ਚਾਹੀਦੇ। ਲੇਕਿਨ ਜਨਤਾ ਬੜੀ ਸਿਆਣੀ ਆ। ਅਸੀਂ ਤਾਂ ਇਹ ਕਹਾਂਗੇ ਕਿ ਆਉਣ ਵਾਲੀ ਸਰਕਾਰ ਉਹ ਹੋਵੇ ਕਿਹੜੀ ਕਿ ਜਨਤਾ ਦੀ ਭਲਾਈ ਦੇ ਵਾਸਤੇ ਸੋਚੇ, ਜਨਤਾ ਦੀ ਬਿਹਤਰੀ ਵਾਸਤੇ ਸੋਚੇ, ਜਨਤਾ ਦੇ ਹਿੱਤ ਵਾਸਤੇ ਸੋਚੇ। ਇਹ ਨਾ ਹੋਵੇ ਕਿ ਵੋਟਾਂ ਲਈਆਂ ਮੁੜ ਕੇ 5 ਸਾਲ ਬਾਅਦ ਫਿਰ ਸ਼ਕਲ ਦਿਖਾ ਦਿਓ। ਉੱਦਾਂ ਦੀ ਸਰਕਾਰ ਨਹੀਂ ਚਾਹੀਦੀ। ਸਰਕਾਰ ਉਹ ਚਾਹੀਦੀ ਆ ਕਿ ਲੋਕਾਂ ਦੇ ਵਾਸਤੇ, ਲੋਕਾਂ ਦੀ ਚੁਣੀ ਹੋਈ, ਲੋਕਾਂ ਦੇ ਵਾਸਤੇ ਹੀ ਲੋਕਾਂ ਦੇ ਕੰਮ ਕਰੇ। ਸੋ ਇਸ ਚੈਨਲ ਦੇ ਮਾਧਿਅਮ ਨਾਲ ਮੈਂ ਗੱਲ ਇਹ ਕਹਾਂਗਾ ਕਿ ਲੋਕੀ ਵੀ ਵੋਟ ਉਹਨੂੰ ਪਾਉਣ ਕਿਹੜੀ ਇੱਕ ਸਰਕਾਰ ਲੋਕਾਂ ਦੇ ਕੰਮ ਕਰੇ, ਨਾ ਕਿ ਝੂਠੇ ਵਾਅਦਿਆਂ ਦੇ ਵਿੱਚ, ਨਾ ਕਿ ਲਾਲੀਪੌਪ ਦੇ ਵਿੱਚ ਇਹ ਫਸਣ। ਇਹ ਬਿਲਕੁਲ ਇਹਨਾਂ ਨੇ ਸਹੀ ਗੱਲ ਕੀਤੀ ਆ ਜੀ, ਕਿਉਂਕਿ ਸਰਕਾਰਾਂ ਦੀ ਜਦੋਂ ਇਲੈਕਸ਼ਨ ਹੁੰਦੀ ਹੈ ਬੜੇ ਵੱਡੇ ਵਾਅਦੇ ਕੀਤੇ ਜਾਂਦੇ ਆ ਜਨਤਾ ਦੇ ਨਾਲ, ਔਰ ਜਨਤਾ ਉਹਨਾਂ ਵਾਅਦਿਆਂ ਦੀ ਸ਼ਿਕਾਰ ਹੋ ਜਾਂਦੀ ਹੈ। ਇਹ ਤੁਸੀਂ ਆਮ ਪਾਰਟੀ ਨੂੰ ਕਹਿੰਦੇ ਹੋ ਕਿ ਆਮ ਪਾਰਟੀ ਆਵੇ ਜਾਂ ਕਾਂਗਰਸ ਆਵੇ ਜਾਂ ਅਕਾਲੀ ਆਵੇ, ਕੋਈ ਇੱਕ ਪਾਰਟੀ ਤੇ ਆਉਣੀ ਆ। ਤੁਸੀਂ ਆਪਣੇ ਦਿਲ ਦੀ ਤਮੰਨਾ ਦਾ ਦਿਲ ਦੀ ਗੱਲ ਕਰਿਓ। ਦੇਖੀਏ, ਮੈਂ ਜਿੱਦਾਂ ਪਹਿਲਾਂ ਕਿਹਾ ਵਾ, ਮੇਰੇ ਮੂੰਹੋਂ ਨਾਮ ਬੁਲਾਓ। ਮੈਂ ਉਹ ਜਿੱਦਾਂ ਮੈਂ ਪਹਿਲਾਂ ਗੱਲ ਕਹੀ ਹੈ ਕਿ ਲੋਕਾਂ ਦੇ ਹਿੱਤ ਕਰਨ ਵਾਲੀ ਸਰਕਾਰ, ਕਿ ਲੋਕਾਂ ਦਾ ਫਾਇਦਾ। ਦੇਖੀਏ ਗੱਲ ਪਤਾ ਕੀ ਆ, ਸਰਕਾਰ ਸਕੀਮਾਂ ਬਣਾਉਂਦੀ ਹੈ ਭਲਾਈ ਵਾਸਤੇ, ਲੋਕਾਂ ਦੀ ਭਲਾਈਆਂ ਵਾਸਤੇ, ਇਹਦੀ ਕੋਈ ਦੋਸ਼। ਚਲੋ ਆਪਾਂ ਗੱਲ ਤੁਹਾਡੀ
ਤੁਸੀਂ ਮਾੜਾ ਜਿਹਾ, ਕਿਉਂਕਿ ਤੁਸੀਂ ਮੇਨ ਚੌਂਕ ਦੇ ਵਿੱਚ ਇੱਥੇ ਰਹਿੰਦੇ ਹੋ, ਗਾਂਧੀ ਚੌਂਕ ਸ਼ਹਿਰ ਦਾ ਮੇਨ ਚੌਂਕ ਵੰਡਿਆ ਜਾਂਦਾ, ਕਿਉਂਕਿ ਹਰ ਇੱਕ ਨੇ ਤੁਹਾਡੀ ਨਾਲ ਸ਼ੌਪ ਆ, ਹਰ ਇੱਕ ਨੇ ਆਉਣਾ, ਤੁਹਾਡੇ ਨਾਲ ਗੱਲਾਂ, ਤੁਹਾਡੇ ਕੋਈ ਸੱਜਣ ਮਿੱਤਰ ਨੇ ਪਿੰਡਾਂ ਦੇ ਵਿੱਚ ਆਉਂਦੇ ਨੇ ਜਾਂ ਸ਼ਹਿਰਾਂ ਦੇ ਵਿੱਚ ਤੁਹਾਡੇ ਮਿੱਤਰ ਨੇ, ਫਿਰ ਵੀ ਕਿਸ ਸਰਕਾਰ ਦੀ ਗੱਲ ਕਰਦੇ ਨੇ ਕਿ ਆਹ ਯਾਰ ਸਰਕਾਰ ਆਉਣੀ ਚਾਹੀਦੀ, ਸਾਨੂੰ ਕੋਈ ਫਾਇਦਾ ਹੋ ਜੇ। ਦੇਖੀਏ ਇਹ ਬਿਲਕੁਲ ਠੀਕ ਹੈ ਕਿ ਚੌਂਕ ਦੇ ਵਿੱਚ ਸਾਡੇ ਕੋਲ ਪਿੰਡਾਂ ਦੇ ਵੀ ਆਉਂਦੇ ਨੇ, ਸ਼ਹਿਰ ਦੇ ਵੀ ਆਉਂਦੇ ਨੇ, ਹਰ ਤਰ੍ਹਾਂ ਦੇ ਲੋਕ ਇੱਥੇ ਆਉਂਦੇ ਆ, ਲੇਕਿਨ ਹਰ ਇੱਕ ਦੀ ਆਪਣੀ ਅਲੱਗ-ਅਲੱਗ ਰਾਏ ਆ, ਹਰ ਇੱਕ ਦਾ ਅਲੱਗ-ਅਲੱਗ ਮਤਲਬ ਹੈ। ਹੁਣ ਦੇਖੀਏ ਸਰਕਾਰ ਲੋਕਾਂ ਦੀ ਸਹੂਲਤਾਂ ਵਾਸਤੇ ਬੜਾ ਕੁਝ ਕਰਦੀ ਆ। ਹੁਣ ਸੁਵਿਧਾ ਕੇਂਦਰ ਬਣਾਏ ਹੋਏ ਆ, ਲੇਕਿਨ ਜੋ ਮੈਨੂੰ ਪਤਾ ਲੱਗਾ ਵਾ ਕਿ ਉਹ ਸੁਵਿਧਾ ਕੇਂਦਰ ਨਾ ਹੋ ਕੇ ਅਸੁਵਿਧਾ ਕੇਂਦਰ ਹੈ, ਕਿਉਂਕਿ ਉੱਥੇ ਲੋਕਾਂ ਨੂੰ ਬਹੁਤ ਫੇਰੇ ਪਵਾਏ ਜਾਂਦੇ ਆ, ਲੋਕਾਂ ਦਾ ਟਾਈਮ ਖਰਾਬ ਕੀਤਾ ਜਾਂਦਾ ਹੈ। ਸੋ ਭ੍ਰਿਸ਼ਟਾਚਾਰ ਨੂੰ ਖਤਮ ਕਰਨਾ ਚਾਹੀਦਾ, ਅਸੁਵਿਧਾ ਕੇਂਦਰ ਨੂੰ ਸੁਵਿਧਾ ਕੇਂਦਰ ਹੀ ਰਹਿਣ ਦਿੱਤਾ ਜਾਣਾ ਚਾਹੀਦਾ, ਨਾ ਕਿ ਅਸੁਵਿਧਾ ਹੋਵੇ। ਸੋ ਮੈਂ ਉਹੀ ਗੱਲ ਫੇਰ ਕਹਾਂਗਾ ਕਿ ਲੋਕਾਂ ਦੀ ਭਲਾਈ ਵਾਸਤੇ ਉਹ ਸਰਕਾਰ ਆਵੇ ਕਿ ਲੋਕਾਂ ਦੀ ਭਲਾਈ ਵਾਸਤੇ ਕੰਮ ਕਰੇ। ਸੋ ਉਹਨਾਂ ਨੇ ਕੋਈ ਆਉਣ ਵਾਲੀ ਸਰਕਾਰ ਬਾਰੇ ਕੋਈ ਠੋਸ ਨਹੀਂ ਕਿਹਾ, ਕਿਉਂਕਿ ਹਰ ਕੋਈ ਬੰਦਾ ਸਹਿਮਿਆ ਪਿਆ, ਹਰ ਕੋਈ ਬੰਦੇ ਦੇ ਦਿਲ ਦੀ ਜੋ ਗੱਲ ਹੈ, ਦਿਲ ਦੀ ਆਵਾਜ਼ ਹੈ, ਉਹ 100 ਦੇ ਵਿੱਚੋਂ 90% ਕਹਿ ਸਕਦਾ ਕਿ ਜਿਹੜੇ ਲੋਕਾਂ ਦੀ ਮਨ ਦੱਬੀ ਪਈ ਹੈ, ਉਹ ਆਪਣੀ ਆਉਣ ਵਾਲੀ ਸਰਕਾਰ ਕਿਹੜੀ ਚਾਹੁੰਦੇ ਆ। ਤੁਸੀਂ ਖੁਦ ਦੇਖ ਲੈਣਾ, ਜਿਹਨੂੰ ਤੁਸੀਂ ਬਟਨ ਤੁਸੀਂ ਦਿਲੋਂ ਜਾਣਦੇ ਹੋ ਕਿ ਆਹ ਬਟਨ ਦੱਬਿਆ ਜਾਵੇ, ਉਹੀ ਸਰਕਾਰ ਬਣਨੀ ਹੈ। ਸੋ ਇਹਦੇ ਨਾਲ ਅਸੀਂ ਵਿਚਰਦੇ ਰਹਾਂਗੇ। ਧੰਨਵਾਦ ਜੀ। ਜੇਕਰ ਹਾਈ ਕਮਾਂਡ ਇੰਦਰ ਸੇਖੜੀ ਨੂੰ ਬਟਾਲਿਓਂ ਟਿਕਟ ਨਹੀਂ ਨਾ ਦਿੰਦੀ, ਇਹ ਬਦਕਿਸਮਤੀ ਹਾਈ ਕਮਾਂਡ ਦੀ ਹੋਏਗੀ, ਨਾ ਕਿ ਇੰਦਰ ਸੇਖੜੀ। ਇੰਦਰ ਸੇਖੜੀ ਤੋਂ ਇਲਾਵਾ ਕੋਈ ਵਧੀਆ ਕੈਂਡੀਡੇਟ ਹਾਈ ਕਮਾਂਡ ਕੋ ਬਟਾਲੇ ਵਾਸਤੇ ਨਹੀਂ ਹੈਗਾ ਵੀ ਜਿਹੜਾ ਇੱਥੋਂ ਸੀਟ ਕੱਢ ਜੇ, ਕਿਉਂਕਿ ਉਹਨੂੰ 40-45 ਸਾਲ ਦਾ 50 ਸਾਲ ਦਾ ਐਕਸਪੀਰੀਅੰਸ ਹੈ, ਔਰ ਉਹ ਆਪ ਬਹੁਤ ਮਿਹਨਤੀ ਗਰਾਊਂਡ ਵਰਕ ਕਰਨ ਵਾਲਾ ਬੰਦਾ। ਬਸ ਮੈਂ ਇਹੋ ਹੀ ਗੱਲ ਆਖਣੀ ਚਾਹਾਂਗਾ ਵੀ ਅਗਰ ਉਹ ਸੀਟ ਦੇਣੀ ਹੈ ਹਾਈ ਕਮਾਂਡ ਨੇ, ਤਾਂ ਇੰਦਰ ਸੇਖੜੀ ਤੋਂ ਇਲਾਵਾ ਕੋਈ ਵੀ ਕੈਂਡੀਡੇਟ ਬਟਾਲੇ ਸੂਟੇਬਲ ਨਹੀਂ। ਦੈਟਸ ਆਲ। ਸੋ ਬਹੁਤ ਵਧੀਆ ਇੰਪੋਰਟੈਂਟ ਗੱਲ ਕੀਤੀ ਭਾਜੀ ਉਹਨਾਂ ਨੇ ਕਿ ਜੇ ਹਾਈ ਕਮਾਂਡ ਸੇਖੜੀ ਜੀ ਨੂੰ, ਇੰਦਰ ਸੇਖੜੀ ਨੂੰ ਟਿਕਟ ਨਹੀਂ ਦਿੰਦੀ, ਇਹ ਕਿਸਮਤ ਹੋਊਗੀ ਉਹ ਸਰਕਾਰ ਦੀ, ਕਿਉਂਕਿ ਸਾਡੇ ਜੋ ਦਿਲ 'ਚ ਉਹਨਾਂ ਦੇ ਤਨ ਮਨ 'ਚ ਵਸੇ, ਜਿਹੜੇ ਕਿ ਇਸ ਬਟਾਲੇ ਨੂੰ ਡਿਵੈਲਪਮੈਂਟ ਦੇ ਵਿੱਚ ਉੱਪਰ ਚੁੱਕ ਸਕਦੇ ਨੇ, ਇੰਡਸਟਰੀ ਨੂੰ ਚੁੱਕ ਸਕਦੇ ਨੇ, ਕਾਰੋਬਾਰ ਨੂੰ ਚੁੱਕ ਸਕਦੇ ਨੇ, ਉਹ ਹਨ ਇੰਦਰ ਸੇਖੜੀ ਜੀ। ਸੋ ਧੰਨਵਾਦ ਜੀ। ਹਾਂਜੀ, ਅੱਜ ਅਸੀਂ ਸਾਡੇ ਵੀਰ ਨਾਲ ਸਰਵਾ ਕਰਦਿਆਂ ਵੀਰ ਨੂੰ ਆਪਾਂ ਖਿਲਾਰਿਆ 2 ਮਿੰਟ ਉਹਦੀ ਬੇਨਤੀ ਕੀਤੀ ਵੀ ਵੀਰ ਜੀ ਤੋਂ ਪੁੱਛਦੇ ਹਾਂ ਅੱਜ ਦੇ ਵਿਚਾਰ ਕਿ ਜਿਹੜੀ ਆਉਣ ਵਾਲੀ ਸਰਕਾਰ ਆ ਉਹ ਕਿਹਦੀ ਹੋਣੀ ਚਾਹੀਦੀ ਆ, ਜਾਂ ਆ ਜਿਹੜੇ ਆ ਹੁਣ ਦੇ ਹਾਲਾਤ ਕੀ ਆ, ਤੇ ਜਾਂ ਆਉਣ ਵਾਲੇ ਹਾਲਾਤਾਂ ਬਾਰੇ, ਜਿੱਦਾਂ ਆਮ ਪਾਰਟੀ ਨੇ ਹੁਣ ਪੂਰਾ ਜ਼ੋਰ ਲਾਉਣਾ, ਜਾਂ ਅਕਾਲੀ ਦਲ ਨੇ ਪੂਰਾ ਜ਼ੋਰ ਲਾਉਣਾ, ਜਾਂ ਕਾਂਗਰਸ ਨੇ ਪੂਰਾ ਜ਼ੋਰ ਲਾਉਣਾ। ਅੱਜ ਸਰਵੇ 'ਤੇ ਨਿਕਲੇ ਆ, ਅੱਜ ਉਹ ਵੀਰ ਨਾਲ ਗੱਲ ਕਰ। ਸਭ ਤੋਂ ਪਹਿਲਾਂ ਵੀਰ ਜੀ ਨੂੰ, ਹਾਂਜੀ ਵੀਰ ਜੀ, ਕੀ ਨਾਂ ਆ ਤੁਹਾਡਾ ਤੇ ਕੀ ਤੁਹਾਡਾ ਕਾਰੋਬਾਰ ਆ, ਤੇ ਕਿੱਦਾਂ ਦੀ ਤੁਸੀਂ ਸਰਕਾਰ ਆਉਂਦੇ ਚਾਹੁੰਦੇ ਹੋ? ਮੇਰਾ ਨਾਮ ਰਮਨਦੀਪ ਸਿੰਘ ਹੈ ਜੀ, ਮੇਰਾ ਕਾਰੋਬਾਰ ਖੇਤੀਬਾੜੀ ਹੈ ਜੀ। ਇਹ ਸਰਕਾਰਾਂ ਦੇ ਬਾਰੇ ਅਸੀਂ ਪਹਿਲਾਂ ਵੀ ਚਾਨਣਾ ਪਾਉਂਦੇ ਰਹੇ ਤੇ ਦੱਸਦੇ ਰਹੇ ਹਾਂ ਕਿ ਜਿੱਦਾਂ ਦੇ ਕਾਂਗਰਸ ਦੇ ਹਾਲਾਤ ਰਹੇ ਨੇ 4.5 ਸਾਲ, ਤੇ ਹੁਣ ਆਉਂਦੇ ਵਾਰੀ ਜਿੱਦਾਂ 2-3 ਮਹੀਨੇ ਦੇ ਵਿੱਚ ਦੌਰਾਨ ਚੰਨੀ ਸਾਹਿਬ ਨੂੰ ਉਹਨਾਂ ਨੇ ਆਪਣਾ ਦੇਤੀ ਕਮਾਨ ਸੰਭਾਲਣ ਵਾਸਤੇ। ਦੁਨੀਆ ਨੂੰ ਬਹੁਤ ਉਜਲਾ ਹੁੰਦੇ ਨੇ। ਕਿਸਾਨੀ ਮੁੱਦਾ ਵਾ, ਵੇਖੋ ਰੋਜ਼ ਕਿਸਾਨ ਮਰਨ ਦੇ ਨੇ, ਇਹਨਾਂ ਨੇ ਕੁਝ ਉਹਨਾਂ ਬਾਰੇ ਵੀ ਨਹੀਂ ਸੋਚਿਆ। ਇਹਨਾਂ ਨੇ ਇੱਕ ਸ਼ੋਸ਼ਾ ਛੱਡਤਾ ਜੀ 2 ਕਿਲੋਵਾਟ ਦਾ ਆਪਣਾ ਜਿਹੜਾ ਬਿੱਲ ਮਾਫ ਕਰ ਦਿਓ, ਤੇ ਜਾਂ ਇਹਨਾਂ ਨੇ ਕਹਿਤਾ ਜੀ ਬਿਜਲੀ ਦਾ ਜਿਹੜਾ ਮੁੱਦਾ ਵਾ, ਇਹ ਪਹਿਲਾਂ ਕਿਤੇ ਹੀ ਸੁੱਤੇ ਸੀ, ਕਿਸਾਨ ਉੱਥੇ ਦਿੱਲੀ ਬੈਠੇ ਨੇ ਮਰਨ ਦੇ ਨੇ। ਰਹੀ ਗੱਲ ਆਪਣੇ ਸ਼ਹਿਰ ਵਾਸੀ ਜਿਹੜੇ ਆਉਣ ਵਾਲੇ ਦਿਨਾਂ ਦੇ ਆਪਣਾ ਗੱਲ ਕਰਦੇ ਆ, ਜਿਹੜਾ ਚਿਹਰਾ ਵਾ ਇੰਦਰ ਸੇਖੜੀ ਨੂੰ ਦਿੱਤਾ ਜਾਵੇ। ਉਹਨਾਂ ਨੂੰ ਇਲੈਕਸ਼ਨ ਦੇ ਅਕਾਲੀ ਦਲ ਵੱਲੋਂ ਲੜਾਉਣ। ਅਕਾਲੀ ਦਲ ਹੀ ਜਿਹੜਾ ਪੁਰਾਣਾ ਬਾਦਲ ਸਾਹਿਬ ਨੇ ਜਿਹੜਾ ਕਿਸਾਨਾਂ ਦੇ ਮੋਟਰਾਂ ਦਾ ਜਿਹੜਾ ਬਿੱਲ ਹੀ ਮਾਫ ਕੀਤਾ, ਬਿੱਲ ਤੇ ਪਹਿਲਾਂ ਹੀ ਮਾਫ ਸੀ, ਇਹਨਾਂ ਨੇ ਤੇ 2 ਕਿਲੋਵਾਟ ਦੇ ਕੇ ਮਤਲਬ 300 ਯੂਨਿਟ ਜਿਹੜਾ ਸੀ ਆਪਣਾ ਪਹਿਲਾਂ ਹੈ SCBC ਮਾਫ ਸੀ, ਇਹਨਾਂ ਨੇ ਹੁਣ ਤੇ 2 ਕਿਲੋਵਾਟ ਤੇ ਹੈ ਬਿੱਲ ਕੁਝ ਵੀ ਨਹੀਂ। ਇਹਨਾਂ ਬਾਰੇ ਚਾਨਣਾ ਪਾਉਂਦੇ ਗੱਲ ਕਰਦੇ ਆ। ਹਾਂ, ਸੋ ਇਹਨਾਂ ਦਾ ਵਿਚਾਰ ਆ ਜੀ, ਆਉਣ ਵਾਲੀ ਜਿਹੜੀ ਸਰਕਾਰ ਆ ਉਹ ਅਕਾਲੀ ਹੋਣੀ ਚਾਹੀਦੀ ਆ। ਸੋ ਇਹਦੇ ਨਾਲ ਆਪਾਂ ਹੋਰ ਵੀ ਸਾਰਿਆਂ ਨਾਲ ਗੱਲ ਕਰਦੇ ਹਾਂ। ਠੀਕ ਹੈ ਜੀ, ਧੰਨਵਾਦ ਜੀ। ਸੋ ਨਾਲ ਦੁਕਾਨ ਤੇ ਲੱਕੜ ਮੰਡੀ ਜੋ ਦੁਕਾਨ ਆ ਉਹਦੇ ਵਿੱਚ ਸਾਡੇ ਹੋਰ ਇੱਕ ਭਾਜੀ ਪਹੁੰਚੇ ਨੇ। ਸੋ ਆਓ ਉਹਨਾਂ ਨਾਲ ਵੀ ਗੱਲ ਕਰਦੇ ਹਾਂ ਕਿ ਕੀ ਉਹਨਾਂ ਦਾ ਨਾਂ ਹੈ ਜਾਂ ਆਉਣ ਵਾਲੀ ਸਰਕਾਰ ਬਾਰੇ ਕੀ ਕਹਿਣਾ ਚਾਹੁੰਦੇ ਨੇ। ਹਾਂਜੀ, ਮੇਰਾ ਨਾਮ ਗੁਰਮੀਤ ਸਿੰਘ ਆ ਜੀ, ਤੇ ਮੈਂ ਫੋਰਨ ਕੰਟਰੀ 'ਚ ਅਪ ਡਾਊਨ ਕਰਦਾ ਰਹਿੰਦਾ। ਤੇ ਭਾਜੀ ਨੇ ਪੁੱਛਿਆ ਆਉਣ ਵਾਲੇ ਕੌਣ ਚਾਹੀਦੇ। ਵੇਖੋ ਜੀ 20 ਸਾਲ ਦੇ ਚੱਲ ਰਹੇ ਆ, ਵੀਰ ਨੂੰ ਕੰਮ ਕਰਦਿਆਂ ਵੇਖਿਆ, ਤੇ ਜਿਹੜਾ ਸਾਨੂੰ ਹਰਮਨ ਹੀ ਪਿਆਰਾ, ਜਿਹੜਾ ਸਾਡੇ ਲੋਕਾਂ ਦੀ ਦਰਦ ਨੂੰ ਜਾਣਦਾ। ਨਾਮ ਤੋਂ ਭਾਵ ਹੈ ਸ਼੍ਰੀ ਇੰਦਰ ਸੇਖੜੀ ਜੀ। ਬੜਾ ਚਿਰ ਉਹਨਾਂ ਨਾਲ ਕੰਮ ਕੀਤਾ, ਤੇ ਕੰਮ ਕਰਨ ਦਾ ਤਰੀਕਾ ਉਹਨਾਂ ਦਾ ਹੋਰ ਆ। ਉਹ ਬਟਾਲੇ ਦੇ ਨੇ ਤੇ ਬਟਾਲੇ ਵਿੱਚ ਰਹਿੰਦੇ ਨੇ, ਤੇ ਬਟਾਲੇ ਬਾਰੇ ਹੀ ਸੋਚਣ ਬਾਰੇ ਉਹ
ਗੱਲਾਂ ਕਰਦੇ ਨਹੀਂ ਜੀ। ਇਸ ਕਰਕੇ ਮੈਂ ਧੰਨਵਾਦ ਕਰਨਾ, ਜੇ ਹਾਈ ਕਮਾਂਡ ਮੌਕਾ ਦੇਵੇ ਤੇ ਅਸੀਂ ਇੰਦਰ ਸੇਖੜੀ ਦਾ ਪੂਰਾ ਜ਼ੋਰ ਤੁਹਾਨੂੰ ਜਿੱਥੋਂ ਜ਼ੋਰ ਲੱਗਿਆ ਲਾ ਕੇ ਉਹਨੂੰ ਜਿਤਾਵਾਂਗੇ ਜੀ। ਹਾਂ, ਸੋ ਇੱਕ ਵਾਰੀ ਫੇਰ ਸਾਡੇ ਵੱਡੇ ਭਾਜੀ ਉਹਨਾਂ ਨੇ ਵੀ ਇਹਨਾਂ ਨੇ ਵੀ ਇਹੀ ਕਿਹਾ ਕਿ ਆਉਣ ਵਾਲਾ ਚਿਹਰਾ ਸਾਨੂੰ ਜੋ ਇੰਦਰ ਸੇਖੜੀ ਦਾ ਚਾਹੀਦਾ। ਸੋ ਤੁਸੀਂ ਮਿਲਦੇ ਰਹੋਗੇ ਜੀ ਹਰ ਖਬਰ ਦੇ ਨਾਲ, ਤੁਸੀਂ ਦੇਖਦੇ ਰਹਿਣਾ ਜੀ ਚੈਨਲ ਇੰਡੀਆ ਕ੍ਰਾਈਮ ਨਿਊਜ਼। ਔਰ ਮੈਂ ਹਾਂ ਪੱਤਰਕਾਰ ਕੁਲਦੀਪ ਸਿੰਘ ਹੈਪੀ ਔਰ ਮੇਰੇ ਨਾਲ ਸੁਖਨਾਮ ਸਿੰਘ ਜੀ ਕਾਲੋਂ। ਧੰਨਵਾਦ ਜੀ। इंडिया क्राइम न्यूज, जुल्म के खिलाफ जंग। आप देख रहे हैं इंडिया क्राइम न्यूज।